ਪ੍ਰਾਕਥਨ। ਕਿਸੇ ਦੇ ਪਿਆਰੇ ਦੇ ਮਰਨ ਪਰ ਉਸ ਨੂੰ ਸ਼ੋਕਾਤਰ ਦੇਖ ਕੇ ਇਹ ਯਥਾਰਥ ਵੈਰਾਗ ਦਾ ਉਪਦੇਸ਼ ਹੋਇਆ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ। ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਜਗਿਆਸੂ ਪ੍ਰਤੀ ਉਪਦੇਸ਼ ਕਰਦੇ ਹਨ। ਧਨ, ਜਵਾਨੀ ਅਤੇ ਫੁੱਲ ਭਾਵ ਖੇੜਾ 4 ਦਿਨਾਂ ਦੇ ਪ੍ਰਾਹੁਣੇ ਹਨ। ਪੱਬਨ ਕੇਰੇ ਪਤ ਜਿਉ, ਢਾਲ ਢੁਲ ਜੁੰਮਣ ਹਾਰ। ਇਹ ਤਾਂ ਪੱਬਣ ਦੇ ਪੱਤਿਆਂ ਵਾਂਗੂ ਪਾਣੀ ਦੇ ਢਾਲ ਹੇਠਾਂ ਉਤਰ ਜਾਣ ਨਾਲ ਢੁੱਲ ਭਾਵ ਮੁਰਝਾ ਜਾ ਕੇ ਨਾਸ਼ ਹੋ ਜਾਣਗੇ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਉ ਹੁਲਾ। ਇਸ ਲਈ ਹੈ ਪਿਆਰੇ, ਜਦੋਂ ਕਿ ਤੇਰੀ ਜਵਾਨੀ ਨਵੇਂ ਹੁਲਾਰੇ ਵਿੱਚ ਹੈ, ਪਰਮੇਸ਼ਰ ਦੇ ਪ੍ਰੇਮ ਨੂੰ ਮਾਣ ਲੈ, ਭਾਵ ਸਵਾਦ ਲੈ ਲੈ। ਦਿਨ ਥੋੜੜੇ ਥੱਕੇ, ਭਇਆ ਪੁਰਾਣਾ ਚੋਲਾ ਰਹਾਉ। ਤੇਰੀ ਜਵਾਨੀ ਦੇ ਦਿਨ ਥੋੜੇ ਹਨ, ਇਹ ਮੁੱਕ ਜਾਣੇ ਨੇ, ਤੇ ਸਰੀਰ ਬੁੱਢਾ ਹੋ ਜਾਣਾ ਹੈ ਰਹਾਉ। ਸੱਜਣ ਮੇਰੇ ਰੰਗੋਲੇ, ਜਾਏ ਸੁਤੇ ਜੀਰਾਨ। ਇਸਤਰੀ ਪ੍ਰਤੀ ਉਪਦੇਸ਼। ਮੇਰੇ ਸੱਜਣ ਜੋ ਪਿਆਰ ਕਰਨ ਵਾਲੇ ਸਨ, ਉਹ ਜੀਰਾਨ ਵਿੱਚ ਜਾ ਸੁੱਤੇ ਹਨ। ਹੰ ਪੀ ਵੰਨਿਆ ਡੁੰਮਣੀ, ਰੋਵਾਂ ਝੀਣੀ ਬਾਣ। ਮੇਰਾ ਜੀ ਕਰਦਾ ਹੈ ਕਿ ਮੈਂ ਉਦਾਸਨ ਵੀ ਉਸ ਜੀਰਾਨ ਵਿੱਚ ਜਾ ਕੇ ਬਰੀਕ ਆਵਾਜ਼ ਨਾਲ ਰੋਵਾਂ। ਇਸੇ ਤਰ੍ਹਾਂ ਜਗਿਆਸੂ ਪ੍ਰਤੀ ਉਪਦੇਸ਼। ਸੱਜਣ ਮੇਰੇ ਰੰਗੋਲੇ, ਜਾਏ ਸੁਤੇ ਜੀਰਾਨ। ਤੁਸਾਂ ਸੱਚ ਕਿਹਾ ਹੈ, ਪਰ ਮੇਰੇ ਪਿਆਰੇ ਸੱਜਣ ਜੀ ਮਰ ਗਏ ਹਨ ਤੇ ਜੀਰਾਨ ਵਿੱਚ ਮਾਨੋ ਸੌਂ ਰਹੇ ਹਨ। ਹੰ ਪੀ ਵੰਨਿਆ ਡੁੰਮਣੀ, ਰੋਵਾਂ ਝੀਣੀ ਬਾਣ। ਮੇਰਾ ਵੀ ਜੀ ਕਰਦਾ ਹੈ ਕਿ ਮੈਂ ਉਦਾਸਨ ਹੋ ਕੇ ਉਸੇ ਥਾਂ ਤੇ ਜਾ ਕੇ ਬਿਰਹੋਂ ਵਿੱਚ ਝੀਣੀ ਆਵਾਜ਼ ਦੁਆਰਾ ਰੋਂਦੀ ਰਹਾਂ। ਕੀ ਨਾ ਸੁਣੇਹੀ ਗੋਰੀਏ, ਆਪਣ ਕੰਨੀ ਸੋਏ। ਲੱਗੀ ਆਵਹਿ ਸਹੁਰੈ, ਨਿਤ ਨ ਪਈਆ ਹੋਏ। ਉਪਦੇਸ਼ ਇਸਤਰੀ ਪ੍ਰਤੀ। ਤੂੰ ਕਿੰਨਾ ਕੁ ਚਿਰ ਰੋਵੇਂਗੀ। ਅੰਤ ਹੈ ਸੋਹਣੀਏ, ਤੂੰ ਵੀ ਸਹੁਰੇ ਘਰ ਆਉਣਾ ਹੈ, ਪੇਕਾ ਘਰ ਨਿਤ ਨਹੀਂ ਹੁੰਦਾ। ਕੀ ਤੂੰ ਇਹ ਗੱਲ ਅਜੇ ਤੱਕ ਆਪਣੇ ਕੰਨੀ ਨਹੀਂ ਸੁਣੀ। ਜਗਿਆਸੂ ਪ੍ਰਤੀ ਉਪਦੇਸ਼। ਕੀ ਨਾ ਸੁਣੇਹੀ ਗੋਰੀਏ, ਆਪਣ ਕੰਨੀ ਸੋਏ। ਲੱਗੀ ਆਵਹਿ ਸਹੁਰੈ, ਨਿਤ ਨ ਪਈਆ ਹੋਏ। ਹੇ ਸੋਹਣੇ ਜਗਿਆਸੂ, ਤੂੰ ਵਿਛੜੇ ਪਿਆਰੇ ਨੂੰ ਕਦ ਤੱਕ ਰੋਵੇਂਗਾ। ਕੀ ਤੂੰ ਇਹ ਕਣਸੋ ਅਜੇ ਤੱਕ ਆਪਣੇ ਕੰਨੀ ਨਹੀਂ ਸੁਣੀ ਕਿ ਤੂੰ ਵੀ ਪਰਲੋਕ ਵਿੱਚ ਚਲੇ ਜਾਣਾ ਹੈ, ਜਿਵੇਂ ਕਿ ਤੇਰਾ ਪਿਆਰਾ ਚਲਾ ਗਿਆ ਹੈ, ਜਿਸ ਨੂੰ ਤੂੰ ਰੋ ਰਿਹਾ ਹੈ। ਇਸ ਲੋਕ ਦਾ ਨਿਵਾਸ ਤੇਰਾ ਵੀ ਸदैवी ਨਹੀਂ ਹੈ। ਨਾਨਕ ਸੁਤੀ ਪਈਐ, ਜਾਨ ਵਿਰਤੀ ਸੰਨ। ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਇਸਤਰੀ ਪ੍ਰਤੀ ਉਪਦੇਸ਼। ਦੇਖ ਜੋ ਕੁੜੀ ਪੇਕੇ ਘਰ ਵਸਦਿਆਂ ਸੁੱਤੀ ਰਹਿੰਦੀ ਹੈ, ਗਾਫਲੀ ਵਿੱਚ ਦਿਨ ਗੁਜ਼ਾਰਦੀ ਹੈ, ਸਮਝ ਲੈ ਕਿ ਉਸ ਦੇ ਘਰ ਨੂੰ ਸੰਨ ਲੱਗੀ ਹੋਈ ਹੈ। ਉਸ ਨੇ ਇਉਂ ਸਹੁਰੇ ਘਰ ਦੈਵੀ ਗੁਣਾਂ ਦੀ ਗੰਢ ਗਵਾ ਕੇ ਅਵਗੁਣਾਂ ਵਾਲੀ ਕੁੜੀ ਹੋ ਕੇ ਜਾਣਾ ਹੈ। ਨਾਨਕ ਸੁਤੀ ਪਈਐ, ਜਾਨ ਵਿਰਤੀ ਸੰਨ। ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਜਗਿਆਸੂ ਪ੍ਰਤੀ ਉਪਦੇਸ਼। ਹੇ ਨਾਨਕ, ਇਸ ਲੋਕ ਵਿੱਚ ਹੁੰਦਿਆਂ ਜਿਸ ਜੀ ਨੇ ਵੀ ਸਾਈਂ ਵੱਲੋਂ ਗਾਫਲੀ ਧਾਰੀ ਹੋਈ ਹੈ, ਸਮਝ ਲੈ ਕਿ ਉਸ ਦੇ ਮਨ ਨੂੰ ਸੰਨ ਲੱਗੀ ਹੋਈ ਹੈ। ਉਸ ਨੇ ਗੁਣਾਂ ਦੀ ਗੰਢ ਗਵਾ ਲੈਣੀ ਹੈ ਤੇ ਅਵਗੁਣਾਂ ਦੀ ਗੰਢ ਬੰਨ੍ਹ ਕੇ ਨਾਲ ਲੈ ਜਾਣੀ ਹੈ। ਵਿਆਖਿਆ। ਇਸ ਸ਼ਬਦ ਵਿੱਚ ਵੈਰਾਗ ਦਾ ਉਪਦੇਸ਼ ਹੈ। ਪ੍ਰੀਤਮ ਦੇ ਵਿਛੋੜੇ ਹੋਏ ਤੇ ਜੋ ਮੋਹ ਮਾਇਆ ਨੂੰ ਸੱਟ ਵੱਜਦੀ ਹੈ ਤੇ ਆਪਣੇ ਸੁੱਖਾਂ ਕੇ ਵਿਛੋੜੇ ਦੇ ਮੋਹ ਵਿੱਚ ਰੋਈਦਾ ਤੇ ਪਕੜਾਂ ਵਾਲਾ ਵੈਰਾਗ ਕਰੀਦਾ ਹੈ, ਉਸ ਵਿੱਚ ਪੰਗਰੇ ਮਨ ਨੂੰ ਸੱਚਮੁੱਚ ਦੇ ਵੈਰਾਗ ਵਿੱਚ ਲੈ ਜਾਂਦੇ ਹਨ। ਧਨ ਜੋਬਨ ਆਦਿ ਦੀ ਅਣਸਥਿਰਤਾ ਦਿਖਾ ਕੇ ਫਿਰ ਟੁੰਬ ਕੇ ਜਗਾਉਂਦੇ ਹਨ, ਇਹ ਦੱਸ ਕੇ ਕਿ ਤੁਸੀਂ ਜਿਸ ਹੋਣੀ ਤੇ ਰੋ ਰਹੇ ਹੋ, ਮਾਨੋ ਤੁਸੀਂ ਸਦਾ ਥਿਰ ਹੋ।
ਉਹ ਹੋਣੀ ਤੁਸਾਂ ਸਿਰ ਵੀ ਵਰਤਣੀ ਹੈ। ਇਹ ਵਿਚਾਰ ਕੇ ਧਨ ਜੋਬਨ ਦੇ ਮੱਧ ਵਿੱਚ ਨਾ ਗਾਫਲ ਹੋਵੋ, ਤੇ ਨਾ ਕਿਸੇ ਦੇ ਮਰੇ ਤੇ ਸ਼ੋਕਾਤਰ ਹੋਵੇ। ਵਿਚਾਰ ਵਿੱਚ ਆਓ ਤੇ ਗੁਣਾਂ ਦੀ ਸੰਭਾਲ ਕਰੋ। ਦੈਵੀ ਗੁਣ ਧਾਰਨ ਕਰੋ ਤੇ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਮਾਣ ਲਓ, ਤਾਂ ਜੋ ਇੱਥੇ ਹੀ ਉਸ ਦੇ ਪ੍ਰੇਮ ਵਿੱਚ ਪਰੋਤੇ ਤੇ ਸ਼ੁਭ ਗੁਣਾਂ ਨਾਲ ਸ਼ੁੱਧ ਨਿਰਮਲ ਹੋਏ ਹਜ਼ੂਰੀ ਵਿੱਚ ਪਹੁੰਚੋ। ਇਸ ਸ਼ਬਦ ਵਿੱਚ ਨਾਮ, ਸਿਫਤ, ਸਲਾਹ, ਗੁਰੂ, ਗੁਰਮੁਖ ਦਾ ਜ਼ਿਕਰ ਨਹੀਂ। ਇਸ ਦਾ ਮੁੱਖ ਪ੍ਰਯੋਜਨ ਵੈਰਾਗ ਤੇ ਯਥਾਰਥ ਵੈਰਾਗ ਪੈਦਾ ਕਰਨੇ ਦਾ ਹੈ। ਅਰ ਕਰਨੇ ਯੋਗ ਕੰਮ ਦਾ ਜ਼ਿਕਰ ਗੁਣਾਂ ਤੇ ਰੰਗ ਦੋ ਪਦਾਂ ਵਿੱਚ ਕੀਤਾ ਹੈ। ਕਾਵ ਦੇ ਨੁਕਤੇ ਤੋਂ ਇਸ ਸ਼ਬਦ ਦੀ ਰਚਨਾ ਬੜਾ ਡੂੰਘਾ ਵੈਰਾਗ ਦਾ ਭਾਵ ਉਦਿਤ ਕਰ ਦੇਣ ਵਾਲੀ ਹੈ, ਜੋ ਸ਼ਾਂਤੀ ਦਾ ਰਸ ਦਾ ਮੂਲ ਹੈ। ਸ਼ਾਂਤ ਰਸ ਦਾ ਸਥਾਈ ਭਾਵ ਨਿਰਵੇਦ ਵੈਰਾਗ ਮੰਨਿਆ ਹੈ। ਨਿਰੁਕਤ। ਘਰ ਦੂਜਾ ਦਾ ਭਾਵ ਦੇਖੋ ਪਿੱਛੇ ਪੰਨਾ 182। ਫੁੱਲੜਾ ਦਾ ਭਾਵ ਫੁੱਲ ਭਾਵ ਕੁਸਮ। ੜਾ ਨਿਮਰ ਵਾਚੀ ਪ੍ਰਤੇ ਹੈ, ਪਰ ਇਥੇ ਵਿਸ਼ੇਸ਼ ਸੁੰਦਰਤਾ ਸੂਚਕ ਹੈ। ਛੋਟਾ ਫੁੱਲ। ਪਹਿਲੀ ਫੁੱਲ ਦੀ ਅਵਸਥਾ ਜਦੋਂ ਕਲੀ ਤੋਂ ਲੰਘ ਚੁੱਕਾ ਤੇ ਖੇੜੇ ਪੂਰੇ ਵਿੱਚ ਨਹੀਂ ਗਿਆ, ਇਹ ਦਰਸ਼ਨ ਬੜਾ ਸੁੰਦਰ ਹੁੰਦਾ ਹੈ, ਪਰ ਬੜਾ ਥੋੜਾ ਚਿਰ ਰਹਿੰਦਾ ਹੈ। ਨਾਠੀੜੇ ਦਾ ਭਾਵ ਪੰਜਾਬੀ ਵਿੱਚ ਨਾਠੀ ਭਾਵ ਨੱਠ ਜਾਂ ਤੁਰ ਜਾਣ ਵਾਲਾ, ਪ੍ਰਾਹੁਣਾ। ਪੱਬਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪਦਮ, ਪ੍ਰਾਕ੍ਰਿਤੀ ਵਿੱਚ ਪੌਮ, ਸਿੰਧੀ ਤੇ ਮੁਲਤਾਨੀ ਪੰਜਾਬੀ ਵਿੱਚ ਪੱਬਣ ਕਮਲ, ਕਮਲ ਦੇ ਪੱਤੇ। ਜਦ ਛੰਭ ਦਾ ਪਾਣੀ ਢਲ ਉਤਰ ਜਾਂਦਾ ਹੈ ਤਾਂ ਢੁੱਲ ਨੀਵੇਂ ਪੈ ਜਾਂਦੇ ਭਾਵ ਸਿਰ ਸੱਟ ਕੇ ਸੁੱਕ ਸੜ ਜਾਂਦੇ ਹਨ। ਪੱਬਣ ਦਾ ਸੰਪਰਦਾਈ ਅਰਥ ਚੁਪੱਤੀ ਵੀ ਹੈ, ਜੋ ਛੱਪੜਾਂ ਆਦਿ ਤੇ ਹੁੰਦੀ ਹੈ ਤੇ ਪਾਣੀ ਦੇ ਸੁੱਕ ਜਾਣ ਨਾਲ ਸੁੱਕ ਸੜ ਜਾਂਦੀ ਹੈ। ਦੋਹਾਂ ਦਾ ਭਾਵ ਹੈ ਥੋੜੇ ਕਾਲ ਲਈ ਹੋਣ ਵਾਲੀ ਸ਼ੈ। ਢਲ ਢੁੱਲ। ਇਸ ਦਾ ਭਾਵ ਹੈ ਪੰਜਾਬੀ ਵਿੱਚ ਢਾਲ ਭਾਵ ਘਟ ਜਾਣਾ, ਉੱਤਰ ਜਾਣਾ। ਢੁੱਲ ਭਾਵ ਹੇਠ ਹੋ ਜਾਣਾ, ਨੀਵੇਂ ਪੈ ਜਾਣਾ। ਢਲ ਪਾਣੀ ਨੂੰ ਕਿਹਾ ਹੈ ਕਿ ਉਤਰ ਜਾਂਦਾ ਹੈ। ਢੁੱਲ ਪੱਤਿਆਂ ਨੂੰ ਕਿਹਾ ਹੈ ਕਿ ਕੁਮਲਾ ਜਾਂਦੇ ਹਨ। ਜੁੰਮਣਹਾਰ ਦਾ ਭਾਵ ਹੈ ਪੰਜਾਬੀ ਵਿੱਚ ਜੰਮਣਾ ਤੋਂ, ਚਲੇ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ। ਨੌ ਹੁਲਾ ਦਾ ਭਾਵ ਹੈ ਪੰਜਾਬੀ ਵਿੱਚ ਨਵੇਂ ਹੁਲਾਰੇ ਵਾਲਾ। ਚੋਲਾ ਦਾ ਭਾਵ ਪੰਜਾਬੀ ਵਿੱਚ ਵੱਡਾ ਝੱਗਾ ਭਾਵ ਸਰੀਰ। ਰੰਗਲੇ ਦਾ ਭਾਵ ਹੈ ਪੰਜਾਬੀ ਵਿੱਚ ਰੰਗ ਪਲਸ ਲੇ, ਰੰਗ ਵਾਲੇ, ਪਿਆਰ ਵਾਲੇ, ਰੰਗ ਰਲੀਆਂ ਵਾਲੇ। ਜੀਰਾਣ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਜੀਰਨ ਭਾਵ ਪੁਰਾਣਾ। ਉਜਾੜੀ ਥਾਂ, ਉਜਾੜ ਭਾਵ ਮਸਾਨ ਭੂਮੀ। ਹੰ ਭੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅਹੰ, ਮੈਂ ਭੀ। ਡੁੰਮਣੀ ਦਾ ਭਾਵ ਹੈ ਪੰਜਾਬੀ ਵਿੱਚ ਦੋ ਪਲਸ ਮਣੀ ਭਾਵ ਦੁਚਿੱਤੀ, ਉਦਾਸ, ਉਦਾਸਣ। ਪੇਈਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪਿਤਰ ਗ੍ਰਹਿੰ, ਪ੍ਰਾਕ੍ਰਿਤੀ ਵਿੱਚ ਪਿਓਹਰ, ਪੀਹਰ। ਪੰਜਾਬੀ ਤੇ ਹਿੰਦੀ ਵਿੱਚ ਪੀਹਰ ਜਾਂ ਪੇਈਆ। ਨਵੀਂ ਪੰਜਾਬੀ ਵਿੱਚ ਪੇਕਾ ਘਰ। ਪੇਕਾ ਘਰ ਭਾਵ ਹੈ ਇਹ ਲੋਕ। ਵਿਰਤੀ ਦਾ ਭਾਵ ਹੈ ਪੰਜਾਬੀ ਵਿੱਚ ਵਰਤਣ ਤੋਂ ਭਾਵ ਹੋਣਾ, ਲੱਗਣਾ, ਲੱਗੀ ਹੋਈ। ਜਿਸ ਤਰ੍ਹਾਂ ਪਾਠ ਹੈ, ਜਿਸ ਘਰ ਵਿਰਤੀ ਸੋਈ ਜਾਣੈ, ਸੂਹੀ ਮਹੱਲਾ ਚੌਥਾ। ਸੰਪਰਦਾ ਵਿੱਚ ਇੱਕ ਹੋਰ ਅਰਥ ਕਰਦੇ ਹਨ। ਵਿਰੁੱਤੀ ਭਾਵ ਕੁਰੂਤੀ ਭਾਵ ਦਿਨ ਦੀਵੀਂ, ਅਤੇ ਵੇ ਪਲਸ ਰਾਤਰੀ ਤੋਂ ਵਿਰਤੀ ਮੰਨ ਕੇ ਵੀ ਰਾਤ ਤੋਂ ਬਿਨਾਂ ਅਰਥ ਕਰਕੇ ਭਾਵ ਲੈਂਦੇ ਹਨ ਦਿਨ ਦੀਵੀਂ। ਸੰਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੰਧ ਭਾਵ ਪਾੜ। ਪ੍ਰਾਕ੍ਰਿਤੀ ਵਿੱਚ ਸੰਧ, ਹਿੰਦੀ ਸੰਧ ਸੇਂਧ। ਪੰਜਾਬੀ ਵਿੱਚ ਸੰਨ ਉਹ ਪਾੜ ਜੋ ਕੰਧ ਵਿੱਚ ਪਾ ਕੇ ਚੋਰ ਚੋਰੀ ਕਰਕੇ ਉਸੇ ਰਾਹ ਨਿਕਲ ਜਾਂਦੇ ਹਨ। ਪ੍ਰਾਕਥਨ। ਕਈ ਲੋਕ ਜਗਤ ਵਿੱਚ ਪੀੜਾ ਦੇਖ ਕੇ ਘਬਰਾਉਂਦੇ ਹਨ। ਗੁਰੂ ਜੀ ਦੱਸਦੇ ਹਨ ਕਿ ਇਹ ਦਿਸ ਰਿਹਾ ਦੁੱਖ ਤੇ ਸੁੱਖ ਬ੍ਰਹਮ ਗਿਆਨੀ ਦੀ ਨਜ਼ਰ ਵਿੱਚ ਕਿੰਝ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ।
ਪਰਮਾਤਮਾ ਆਪ ਹੀ ਰਸ ਰੂਪ ਹੈ, ਆਪ ਹੀ ਰਸ ਦਾ ਗਿਆਤਾ ਹੈ, ਆਪ ਹੀ ਰਸਾਂ ਨੂੰ ਮਾਨਣਹਾਰ ਹੈ। ਆਪੇ ਹੋਵੈ ਚੋਲੜਾ, ਆਪੇ ਸੇਜ ਪਤਾਰ। ਆਪ ਹੀ ਬਣ ਜਾਂਦਾ ਹੈ ਚੋਲੜਾ ਭਾਵ ਇਸਤਰੀ ਰੂਪ, ਤੇ ਆਪੇ ਬਣ ਜਾਂਦਾ ਹੈ ਪਤੀ ਰੂਪ, ਤੇ ਆਪ ਹੀ ਹੋ ਜਾਂਦਾ ਹੈ ਸੇਜ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਉ। ਮੇਰਾ ਮਾਲਕ ਕਿਸੇ ਆਪਣੀ ਖੇਲ ਵਿੱਚ ਲੱਗਾ ਹੋਇਆ ਇੱਕ ਚੋਜੀ ਹੈ, ਜੋ ਸਾਰੇ ਭਰਪੂਰ ਹੋ ਰਿਹਾ ਹੈ, ਅਰ ਸਭਨਾ ਵਿੱਚ ਤੇ ਸਾਰੇ ਰੰਗਾਂ ਵਿੱਚ ਰਵ ਰਹਿਆ ਖੇਲ ਕਰ ਰਿਹਾ ਹੈ। ਰਹਾਉ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਸੁਖੀ ਪੱਖ ਦਿਖਾ ਕੇ ਹੁਣ ਦੁਖੀ ਪੱਖ ਦਰਸਾਉਂਦੇ ਹਨ। ਇਸ ਨਮੂਨੇ ਲਈ ਮੱਛੀ ਨੂੰ ਲੈ ਕੇ ਦੁਖੀਆ ਪੱਖ ਦੱਸਿਆ ਹੈ। ਮੇਰਾ ਮਾਲਕ ਆਪੇ ਮਾਛੀ ਹੈ, ਆਪ ਹੀ ਮੱਛੀ ਹੈ, ਆਪੇ ਪਾਣੀ ਹੈ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪ ਹੀ ਜਾਲ ਹੈ, ਆਪੇ ਜਾਲ ਦਾ ਮਣਕਾ ਹੈ, ਆਪੇ ਜਾਲ ਵਿੱਚ ਦੀ ਖਿੱਚਣ ਵਾਲੀ ਰੱਸੀ ਹੈ। ਆਪੇ ਬਹੁ ਬਿਦ ਰੰਗੋਲਾ, ਸਖੀਏ ਮੇਰਾ ਲਾਲ। ਹੇ ਸਖੀ, ਮੇਰਾ ਪਿਆਰਾ ਆਪ ਹੀ ਅਨੇਕ ਤਰ੍ਹਾਂ ਨਾਲ ਆਪਣੇ ਨਾਨਾ ਤਰ੍ਹਾਂ ਦੇ ਰੰਗ ਮਾਣਨ ਵਾਲਾ ਕੌਤਕੀ ਹੈ। ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਉਹ ਰਾਵਣਹਾਰ ਸੁਹਾਗਣਾ ਅਰਥਾਤ ਗੁਰਮੁਖਾਂ ਨੂੰ ਨਿਤ ਮਾਣਦਾ ਹੈ, ਪਰ ਸਾਡਾ ਹਾਲ ਦੇਖੋ ਕਿ ਸਾਨੂੰ ਨਹੀਂ ਮਾਣਦਾ ਜੋ ਗੁਰਮੁਖ ਨਹੀਂ ਹੋਇਆ। ਸ਼ਬਦ ਦੇ ਸ਼ੁਰੂ ਵਿੱਚ ਪਦ ਰਾਵਣਹਾਰ ਹੋਣ ਕਰਕੇ ਉੱਪਰਲਾ ਅਰਥ ਢੁਕਦਾ ਹੈ, ਪਰ ਦਾਨੇ ਲੋਕ ਰਾਵਣਹਾਰ ਸੁਹਾਗਣੀਆਂ ਨੂੰ ਦੱਸ ਕੇ ਇਉਂ ਵੀ ਅਰਥ ਸਫਲਾਉਂਦੇ ਹਨ। ਐਸੇ ਰੰਗਲੇ ਪਿਆਰੇ ਨੂੰ ਸੁਹਾਗਵੰਤੀਆਂ ਨਿਤ ਮਾਣਦੀਆਂ ਹਨ, ਪਰ ਸਾਡਾ ਹਾਲ ਵੇਖ ਕੇ ਅਸੀਂ ਉਸ ਦੇ ਚੋਜ ਤੇ ਕੌਤਕ ਦੇਖ ਕੇ ਸੁਹਾਗਣਾ ਵਾਂਗੂ ਵਿਸਮਾਦ ਨਹੀਂ ਹੁੰਦੀਆਂ। ਸੰਸਿਆਂ ਸੋਚਾਂ ਵਿੱਚ ਜਾ ਪੈਂਦੀਆਂ ਹਾਂ, ਇਉਂ ਵਿਛੜੀਆਂ ਰਹਿੰਦੀਆਂ ਹਾਂ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਇਸ ਲਈ ਹੇ ਸਖੀ, ਨਾਨਕ ਤਾਂ ਇਹ ਸੰਸੇ ਬ੍ਰਿਤੀਆਂ ਛੱਡ ਕੇ ਪ੍ਰਣਵੈ ਬੇਨਤੀ ਭਾਵ ਸ਼ਰਧਾ ਤੇ ਨਿਮਰਤਾ ਨਾਲ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ, ਸਰੋਵਰ ਵੀ ਤੂੰ ਹੈ, ਹੰਸ ਵੀ ਤੂੰ ਹੈ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਕੌਲ ਫੁੱਲ ਵੀ ਤੂੰ ਹੈ, ਕਮੀਆਂ ਵੀ ਤੂੰ ਹੈ, ਇਹਨਾਂ ਨੂੰ ਖਿੜਾਉਣ ਵਾਲਾ ਸੂਰਜ ਚੰਦ ਵੀ ਤੂੰ ਆਪ ਹੀ ਹੈ, ਇਹਨਾਂ ਨੂੰ ਖੇੜੇ ਦੇਖਣ ਵਾਲਾ ਸਦਾ ਖਿੜਿਆ ਵੀ ਤੂੰ ਆਪ ਹੀ ਹੈ। ਵਿਆਖਿਆ। ਜਾਪਦਾ ਹੈ ਕਿ ਕਿਸੇ ਨੇ ਪ੍ਰਸ਼ਨ ਕੀਤਾ ਹੈ ਕਿ ਜਗਤ ਵਿੱਚ ਦੁੱਖ ਕਿਉਂ ਹੈ, ਪਰਮੇਸ਼ਰ ਦਿਆਲੂ ਹੈ ਤੇ ਪੀੜਾ ਕਿਉਂ ਹੈ। ਫੇਰ ਕੋਈ ਰਸੀਆ ਹੋ ਕੇ ਰਸ ਮਾਣ ਰਿਹਾ ਹੈ, ਕੋਈ ਮੱਛੀ ਵਾਂਗੂ ਪੀੜਾ ਸਹਿ ਰਿਹਾ ਹੈ। ਇਹ ਅਸਮਤਾ ਜਾਂ ਵਿਖਮਤਾ ਕਿਉਂ ਹੈ? ਉੱਤਰ ਰਹਾਉ ਦੀ ਤੁਕ ਵਿੱਚ ਹੈ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਕਿ ਮਾਲਕ ਰਚਨਹਾਰ ਕਿਸੇ ਚਾਉ ਵਿੱਚ ਖੇਲ ਕਰ ਰਿਹਾ ਹੈ, ਪਰ ਆਪ ਖੇਲ ਤੋਂ ਜੁਦਾ ਨਹੀਂ, ਵਿੱਚ ਭਰਪੂਰ ਹੈ ਤੇ ਫੇਰ ਖੇਲ ਹੋ ਰਿਹਾ ਹੈ। ਖਲ ਅਸਮਤਾ ਵਿਖਮਤਾ ਬਿਨਾ ਤੇ ਦੁੱਖ ਸੁੱਖ ਦੋ ਸਿਰੇ ਮਿੱਥੇ ਬਿਨਾ ਨਹੀਂ ਹੋ ਸਕਦਾ। ਇਸ ਲਈ ਇਹ ਕੁਛ ਹੈ ਤਾਂ ਸਹੀ, ਪਰ ਇਸ ਖੇਲ ਦੇ ਨਾਟਕ ਪਾਤਰ ਕੋਈ ਸੁਤੰਤਰ ਉਸ ਤੋਂ ਅਲੱਗ ਸ੍ਰਿਸ਼ਟੀ ਦੇ ਬੰਦੇ ਉਸ ਨੇ ਕਿਤੋਂ ਫਾਹ ਕੇ ਦੁੱਖ ਸੁੱਖ ਵਿੱਚ ਨਹੀਂ ਪਾਏ। ਉਸ ਨੇ ਸਾਰੇ ਆਪੇ ਤੋਂ ਆਪੇ ਰਚੇ ਹਨ ਤੇ ਵਿੱਚ ਭਰਪੂਰ ਹੈ ਆਪ। ਸੋ ਦੁੱਖ ਕਿਸ ਨੂੰ ਦੇ ਰਿਹਾ ਹੈ? ਆਪ ਨੂੰ। ਪਰ ਕੀ ਆਪ ਦੁਖੀ ਹੈ? ਆਪ ਫੇਰ ਅਲੇਪ ਹੈ। ਜਿਵੇਂ ਮੀਂਹ, ਹਨੇਰੀ, ਗੜੇ, ਬਰਫ਼, ਰਾਤ ਦਿਨ, ਬਸੰਤ, ਪਤਝੜ, ਸਿਆਲ, ਉਨਾਲ ਸਾਰੇ ਖੇਲ ਸੂਰਜ ਦੇ ਹਨ। ਸੂਰਜ ਸਾਰੇ ਦ੍ਰਿਸ਼ ਵਿੱਚ ਆਪਣੇ ਪ੍ਰਕਾਸ਼ ਨਾਲ ਭਰਪੂਰ ਹੈ, ਫਿਰ ਸੂਰਜ ਆਪ ਅਲੇਪ ਹੈ।
ਪ੍ਰਸ਼ਨ ਹੁੰਦਾ ਹੈ ਕਿ ਚਾਹੋ ਕਿਵੇਂ ਹੈ, ਪਰ ਦੁੱਖ ਹੈ ਤੇ ਦੁੱਖ ਦੁੱਖ ਹੈ, ਉਸ ਦਾ ਦਾਰੂ ਚਾਹੀਏ। ਉੱਤਰ, ਦੁੱਖ ਦਾ ਮੂਲ ਹੈ ਖੇਲ ਵਿੱਚ ਖਚਤ ਦ੍ਰਿਸ਼ਟੀ। ਹੁਣ ਜੇ ਸੁਹਾਗਣ ਦ੍ਰਿਸ਼ਟੀ ਕਰ ਲਵੇ ਤਾਂ ਦੁੱਖ ਦੁੱਖ ਨਹੀਂ ਰਹਿੰਦਾ। ਸੁਹਾਗਣ ਦ੍ਰਿਸ਼ਟੀ ਕੀ ਹੈ ਕਿ ਦ੍ਰਿਸ਼ਟੀ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਅਰਥਾਤ ਖਿਲਾਰੀ ਤੇ ਜਾ ਟਿਕੇ ਤੇ ਉਸ ਨੂੰ ਮਾਲਕ ਪਤੀ ਤੇ ਵਿਆਪਕ ਤੱਕ ਲਵੇ, ਤਾਂ ਉਸ ਨਾਲ ਜੀਵਾਂ ਪਰ ਅਨੁਗ੍ਰਹਿ ਦੁੱਖ ਦੀ ਪੀੜ ਅਨੁਭਵਤਾ ਤੇ ਸੁੱਖ ਵਿੱਚ ਰਸ ਖਚਤਤਾ ਦੋਹਾਂ ਤੋਂ ਉੱਚਾ ਲੈ ਜਾਂਦੀ ਹੈ। ਫੇਰ ਦਿਸਦਾ ਹੈ ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਉ। ਇਹ ਸੁਹਾਗਣ ਦ੍ਰਿਸ਼ਟੀ ਹੈ, ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ। ਸਾਧਨ ਪੱਖ, ਪਹਿਲੀ ਤੁਕ ਵਿੱਚ ਉੱਚੇ ਵਿਸਮਾਦੀ ਰਸ ਵੱਲ ਸੈਣਤ ਹੈ, ਆਪੇ ਰਸੀਆ ਆਪ ਰਸ। ਦੂਸਰੀ ਤੁਕ ਵਿੱਚ ਸੇਜ ਪਤਾਰ ਕਹਿ ਕੇ ਸਰੀਰਕ ਰਸਾਂ ਵੱਲ ਧਿਆਨ ਕੀਤਾ ਹੈ। ਭਾਵ ਹੈ ਦੋਵੇਂ ਪ੍ਰਕਾਰ ਦੇ ਸੂਖਮ ਤੇ ਸਥੂਲ ਰਸਾਂ ਤੋਂ। ਕਈ ਦਾਨੇ ਦੋਹਾਂ ਤੋਕਾਂ ਵਿੱਚ ਹੀ ਰਸ ਸਰੀਰਕ ਸਮਝਦੇ ਹਨ। ਸੋ ਸਤਿਗੁਰਾਂ ਨੇ ਪਹਿਲਾਂ ਸੂਖਮ ਸਥੂਲ ਸੁਖ ਦੀ ਅਵਧੀ ਦੀ ਅਵਸਥਾ ਵਿੱਚ ਪਰਮਾਤਮਾ ਨੂੰ ਵਿਆਪਕ ਦੱਸਿਆ। ਫਿਰ ਦੁੱਖ ਦੀ ਅਵਧੀ ਅਵਸਥਾ ਮੱਛੀ ਦੇ ਜਾਲ ਵਿੱਚ ਫਸਣਾ ਤੇ ਲੁਸ਼ ਲੁਸ਼ ਮਰਨਾ, ਜੀਵਾਂ ਦੀ ਖੇਦਮਈ ਅਵਸਥਾ ਦੀ ਸੋਝੀ ਦੇਣ ਵਾਲੀ ਹਾਲਤ ਦੱਸ ਕੇ ਮਾਛੀ ਮਛਲੀ ਜਾਲ ਮੰਨ ਕੇ ਸਭ ਵਿੱਚ ਰਵ ਰਹਿਆ ਭਰਪੂਰ ਦਾ ਖਿਆਲ ਦਿੱਤਾ। ਹੁਣ ਅੰਕ 3 ਵਿੱਚ ਸੁਖ ਅਵਧੀ ਤੇ ਦੁੱਖ ਦੀ ਅਵਧੀ ਦੇ ਵਿਚਕਾਰ ਮਨੁੱਖਾਂ ਵਿੱਚ ਨਾਨਾ ਤਰ੍ਹਾਂ ਦੀਆਂ ਜੋ ਹਾਲਤਾਂ ਹਨ, ਉਹਨਾਂ ਦਾ ਸਮੁੱਚਾ ਹਾਲ ਦੱਸਿਆ ਹੈ। ਆਪੇ ਬਹੁ ਬਿਦ ਰੰਗੋਲਾ ਸਖੀਏ ਮੇਰਾ ਲਾਲ, ਅਰਥਾਤ ਦੋਹਾਂ ਸਿਰਿਆਂ ਦੁੱਖ ਤੇ ਸੁੱਖ ਦੇ ਵਿੱਚ ਜੋ ਬਹੁਤ ਵਿਧੀਆਂ ਦੀਆਂ ਮਨੁੱਖੀ ਹਾਲਤਾਂ ਹਨ, ਉਹਨਾਂ ਸਭਨਾਂ ਵਿੱਚ ਮੇਰਾ ਲਾਲ ਆਨੰਦ ਦੇਣ ਵਾਲਾ ਪਿਆਰਾ ਵਿਆਪਕ ਤੇ ਭਰਪੂਰ ਹੈ। ਪਰਮੇਸ਼ਰ ਦੀ ਇਹ ਵਿਆਪਕਤਾ ਰਵ ਰਹਿਆ ਭਰਪੂਰ ਕਥਨ ਕਰਕੇ ਗੁਰੂ ਜੀ ਅੰਕ 3 ਦੇ ਅੰਤ ਤੇ ਅੰਕ 4 ਵਿੱਚ ਇੱਕ ਹੋਰ ਅਵਸਥਾ ਦੱਸਦੇ ਹਨ। ਉਹ ਤਾਂ ਸਾਧਾਰਨ ਵਾਪਰੀਆਂ ਦੀ ਦਸ਼ਾ ਦਾ ਵਰਣਨ ਸੀ। ਹੁਣ ਉਸ ਵਿਸ਼ੇਸ਼ ਦਸ਼ਾ ਦਾ ਵਰਣਨ ਹੈ ਜਿੱਥੋਂ ਤੁਸੀਂ ਉਸ ਵਿਆਪਕ ਰਸੀਏ ਨੂੰ ਪ੍ਰਾਪਤ ਕਰ ਸਕੋ ਤੇ ਉਸ ਦੇ ਮੇਲ ਦਾ ਆਨੰਦ ਲੈ ਸਕੋ। ਜਲ ਸਾਰੀ ਧਰਤੀ ਵਿੱਚ ਵਿਆਪਕ ਹੈ, ਸਮੁੰਦਰ ਵਿੱਚ ਵੀ ਹੈ ਤੇ ਥਲ ਅੰਦਰ ਵੀ ਹੈ। ਪਰ ਜੇ ਤ੍ਰੇਹ ਲੱਗੇ ਤਾਂ ਖੂਹ ਤੋਂ ਕਾਰਜ ਸਰਦਾ ਹੈ, ਪਰ ਨਾ ਸਮੁੰਦਰ ਤੋਂ ਤੇ ਨਾ ਥਲ ਤੋਂ। ਇਸ ਤਰ੍ਹਾਂ ਵਿਆਪਕ ਤੇ ਭਰਪੂਰ ਪ੍ਰਭੂ ਦੀ ਪ੍ਰਾਪਤੀ ਸਤ ਸੰਗ ਤੋਂ ਹੁੰਦੀ ਹੈ। ਸੋ ਸਤ ਸੰਗ ਦਾ ਕਥਨ ਕਰਦੇ ਹਨ ਕਿ ਐਸੇ ਰੰਗਲੇ ਵਿਆਪਕ ਸਾਹਿਬ ਦਾ ਸਦਾ ਸੁਖ ਮਾਣ ਰਹੀਆਂ ਹਨ ਸੁਹਾਗਣਾ। ਇਹ ਸੁਹਾਗਣੀਆਂ ਮਨੁੱਖਾਂ ਦੀਆਂ ਵਹੁਟੀਆਂ ਨਹੀਂ, ਰੱਬ ਜੀ ਦੀਆਂ ਵਹੁਟੀਆਂ ਹਨ, ਅਰਥਾਤ ਪਰਮੇਸ਼ਰ ਦੇ ਭਗਤ ਤੇ ਪ੍ਰੇਮੀ ਹਨ। ਕਾਸ਼ ਉਹ ਸੁਹਾਗਣਾ ਕਦੇ ਮੇਰੇ ਤੇ ਮਿਹਰ ਦੀ ਨਿਗਾਹ ਕਰਨ। ਇਹ ਅਬਲਾਖ ਹੈ, ਪਰ ਵਿੱਚ ਉਪਦੇਸ਼ ਹੈ ਕਿ ਇਹ ਅਬਲਾਖ ਧਾਰਨ ਕਰੋ। ਇਹਨਾਂ ਸੁਹਾਗਣਾਂ ਦੇ ਨਿਵਾਸ ਦਾ ਹਾਲ ਦੱਸਦੇ ਹਨ ਕਿ ਇੱਕ ਸਰੋਵਰ ਹੈ, ਸ੍ਰੇਸ਼ਟ ਸਰ ਹੈ, ਮਾਨ ਸਰੋਵਰ ਵਾਂਗੂ ਉੱਥੇ ਹੰਸ ਹਨ। ਹੰਸ ਨਾਮ ਬ੍ਰਹਮ ਦਾ ਹੈ, ਜੋ ਸਾਰੇ ਵਿਆਪਕ ਤੇ ਪਰਿਪੂਰਨ ਦੱਸ ਆਏ ਹਨ। ਉਹ ਸਾਹਿਬ ਹੰਸ ਭਾਵ ਬ੍ਰਹਮ ਹੈ। ਉਸ ਹੰਸ ਦਾ ਜੋ ਬ੍ਰਹਮ ਹੈ ਮਾਨ ਸਰੋਵਰ ਕੀ ਹੈ? ਸਤ ਸੰਗ। ਉੱਥੇ ਚੰਗੇ ਲੱਗੇ ਹੋਏ ਰਸ ਪ੍ਰਾਪਤ ਕਰਨ ਵਾਲੇ ਕੌਲ ਭਾਵ ਜਗਿਆਸੂ ਹਨ। ਕੌਲ ਦੇ ਅੰਦਰ ਸੂਰਜ ਦੇ ਧਿਆਨ ਦੀ ਖਿੱਚ ਹੁੰਦੀ ਹੈ। ਸੋ ਸਿਮਰਨ ਕਰਨ ਵਾਲੇ, ਧਿਆਨ ਸਾਈਂ ਵਿੱਚ ਰੱਖਣ ਵਾਲੇ, ਮੇਰ ਹੋਵੇ ਤਾਂ ਖਿੜਨ ਵਾਲੇ ਕੌਲ ਸਰੀਖੇ ਗੁਰੂ ਕੇ ਸਿੱਖ ਜਗਿਆਸੂ ਹਨ। ਕਮੀਆਂ ਮੱਧ ਅਵਸਥਾ ਦੇ ਜਗਿਆਸੂ ਹਨ। ਕਮੀਆਂ ਸੂਰਜ ਦੇ ਧਿਆਨ ਦੀ ਤਾਬ ਨਹੀਂ ਰੱਖਦੀਆਂ। ਉਹ ਚੰਦਰਮਾ ਤੇ ਪੈ ਕੇ ਮੱਧਮ ਹੋ ਗਏ ਸੂਰਜ ਦੇ ਪ੍ਰਕਾਸ਼ ਦੀ ਖਿੱਚ ਧਿਆਨ ਵਿੱਚ ਖਿੜਦੀਆਂ ਹਨ। ਚੰਦ ਦਾ ਚਾਨਣਾ ਵੀ ਉਹ ਸੂਰਜ ਦਾ ਬ੍ਰਹਮ ਦਾ ਹੀ ਚਾਨਣਾ ਹੈ। ਸੋ ਇਹ ਉਹ ਜਗਿਆਸੂ ਹਨ ਜੋ ਸ਼ੁਭ ਕਰਨੀ ਕੀਰਤਨ ਬਾਣੀ ਦੇ ਆਸਰੇ ਮਨ ਨੂੰ ਸਾਈਂ ਦੇ ਖਿਆਲ ਵਿੱਚ ਲਾਉਂਦੇ ਹਨ। ਸੋ ਕਮਲ ਉਹ ਹਨ ਜੋ ਪ੍ਰੇਮ ਕਰਦੇ ਪ੍ਰੇਮ ਪਾਤਰ ਬਣ ਗਏ ਹਨ। ਹੇ ਪ੍ਰਮਾਤਮਾ, ਇਸ ਸਤ ਸੰਗ ਵਿੱਚ ਮੂਲ ਰੂਪ ਤੂੰ ਹੋ ਬ੍ਰਹਮ ਵਿਆਪ ਰਿਹਾ ਹੈ।
ਇਹ ਸਤ ਸੰਗ ਰੂਪ ਵੀ ਤੂੰ ਆਪ ਹੈ, ਇਸ ਵਿੱਚ ਜਗਿਆਸੂ ਵੀ ਤੂੰ, ਜਗਿਆਸੂਆਂ ਨੂੰ ਵੇਖਣ ਵਾਲਾ ਚੰਦ ਸੂਰਜ ਵੀ ਤੂੰ ਹੈ, ਤੇ ਤੈਨੂੰ ਵੇਖ ਕੇ ਜਗਿਆਸੂਆਂ ਵਿੱਚ ਜੋ ਵਿਗਾਸ ਜਾਂ ਖੇੜਾ ਆਇਆ ਹੈ, ਉਹ ਖੇੜਾ ਵੀ ਤੂੰ ਆਪ ਹੀ ਹੈ। ਇਹ ਸਤ ਸੰਗ ਵਿੱਚ ਵਾਹਿਗੁਰੂ ਦੀ ਵਿਆਪਕਤਾ ਦੱਸੀ, ਇਹ ਪ੍ਰਾਪਤੀ ਸੂਚਕ ਹੈ। ਸੁਹਾਗਣਾ ਤੋਂ ਆਪਣੇ ਤੇ ਮਿਹਰ ਦੀ ਨਿਗਾਹ ਮੰਗਣੀ, ਇਹ ਪ੍ਰਾਪਤੀ ਲਈ ਅਰਦਾਸ ਬੇਨਤੀ ਹੈ। ਜਿਸ ਤਰ੍ਹਾਂ ਪ੍ਰਣਵੈ ਨਾਨਕ ਬੇਨਤੀ, ਫਿਰ ਜਾਚਨਾ ਹੈ ਆਪੇ ਵੇਖ ਵਿਗਾਸ। ਨਿਰੁਕਤ ਰਸੀਆ ਦਾ ਭਾਵ ਹੈ ਸੰਸਕ੍ਰਿਤ ਵਿੱਚ ਰਸ ਗਏ, ਭਾਵ ਰਸ ਦਾ ਗਿਆਤਾ, ਰਸ ਦਾ ਜਾਣਨਹਾਰ। ਰਾਵਣਹਾਰ ਰਸ ਮਾਣਦਾ ਹੈ, ਰਸ ਦਾ ਗਿਆਤਾ ਚਾਹੋ ਮਾਣੇ ਚਾਹੇ ਨਾ ਮਾਣੇ। ਕਈ ਦਾਨੇ ਰਸੀਆ ਦਾ ਅਰਥ ਰਸ ਵਾਲਾ ਵੀ ਕਰਦੇ ਹਨ। ਰਾਵਣਹਾਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰਮਣੰ, ਪੰਜਾਬੀ ਵਿੱਚ ਰਮਣਾ, ਰਵਣਾ, ਰਾਵਣਾ, ਇਸ ਤੋਂ ਰਾਵਣਹਾਰ ਮਾਨਣ ਵਾਲਾ। ਚੋਲੜਾ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਚੋਲ, ਭਾਵ ਚੋਲੀ। ਅੜਾ ਨਿਮਰਵਾਚੀ ਪ੍ਰਤੇ, ਭਾਵ ਇਸਤਰੀ। ਪਤਾਰ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਭਰਤਾ। ਪੁਰਾਤਨ ਪੰਜਾਬੀ ਵਿੱਚ ਪਤਾਰ ਭਾਵ ਪਤੀ। ਮਨਕੜਾ ਦਾ ਭਾਵ ਹੈ ਪੰਜਾਬੀ ਵਿੱਚ ਮਣਕਾ। ਅੜਾ ਨਿਮਰਵਾਚੀ ਪ੍ਰਤੇ, ਮਣਕਾ। ਲਾਲ ਦਾ ਭਾਵ ਹੈ ਪੰਜਾਬੀ ਵਿੱਚ ਲਾਰ, ਭਾਵ ਰੱਸੀ। ਇਸ ਤੁਕ ਵਿੱਚ ਲਾਲ ਦਾ ਅਰਥ ਮਾਸ ਵੀ ਕਰਦੇ ਹਨ, ਕਿਉਂਕਿ ਮਾਸ ਲਾਲ ਹੁੰਦਾ ਹੈ। ਭਾਵ ਇਹ ਕਿ ਜਾਲ ਵਿੱਚ ਫਸਿਆ ਮਾਸ ਅਰਥਾਤ ਮੱਛੀ, ਪਰ ਮੱਛੀ ਪਹਿਲਾਂ ਗਿਣ ਆਏ ਹਨ, ਆਪੇ ਮਾਛੀ ਮਛਲੀ। ਦੂਸਰੇ ਇੱਥੇ ਮੱਛੀ ਦਾ ਜ਼ਿਕਰ ਹੈ। ਮੱਛੀ ਦਾ ਮਾਸ ਅਕਸਰ ਕਰਕੇ ਚਿੱਟਾ ਹੁੰਦਾ ਹੈ। ਫਿਰ ਇੱਥੇ ਲਾਲ ਦਾ ਅਰਥ ਜੇ ਉਹ ਮਾਸ ਕੀਤਾ ਜਾਏ ਜੋ ਗੰਡੋਏ ਆਦਿਕਾਂ ਦਾ ਕੁੰਡੀ ਨੂੰ ਲਾ ਕੇ ਮੱਛੀ ਫੜਦੇ ਹਨ, ਤਾਂ ਸ਼ੰਕਾ ਇਹ ਹੈ ਕਿ ਜ਼ਿਕਰ ਜਾਲ ਦਾ ਹੈ, ਕੁੰਡੀ ਦਾ ਨਹੀਂ। ਜੇ ਮਰਹੱਟੀ ਜ਼ੁਬਾਨ ਦੇ ਲੱਲਾ ਪਦ ਦਾ ਮੂਲ ਸਮਝ ਗਏ ਤਾਂ ਵੀ ਨਹੀਂ ਟੁਕਦਾ, ਕਿਉਂਕਿ ਲੱਲਾ ਦਾ ਅਰਥ ਹੈ ਭਿੱਤੀ, ਤੇ ਭਿੱਤੀ ਕੁੰਡੀ ਨੂੰ ਲੱਗਦੀ ਹੈ। ਜਾਲ ਵਿੱਚ ਭਿੱਤੀ ਨਹੀਂ ਲਾਈ ਦੀ, ਤੇ ਪਾਠ ਹੈ ਅੰਦਰ ਲਾਲ। ਅੰਦਰ ਪਦ ਵਿਸ਼ੇਸ਼ ਕਰਕੇ ਮਣਕੇ ਵੱਲ ਜਾਂਦਾ ਹੈ। ਜੇ ਲਾਲ ਦਾ ਅਰਥ ਸੁਰਖ ਨਾਮੇ ਪੰਛੀ ਕੀਤਾ ਜਾਏ ਤਾਂ ਜਾਲ ਮਣਕਦਾ ਦਾ ਅਰਥ ਫਿਰ ਪੰਛੀ ਫੜਨ ਵਾਲਾ ਜਾਲ ਚਾਹੀਏ। ਪ੍ਰਸੰਗ ਮੱਛੀ, ਮਾਛੀ ਤੇ ਮੱਛੀ ਵਾਲੇ ਜਾਲ ਦਾ ਹੈ। ਜਾਲ ਮਣਕੜਾ ਕਹਿ ਕੇ ਆਖਦੇ ਹਨ ਆਪੇ ਅੰਦਰ ਲਾਲ, ਭਾਵ ਕਿ ਮਣਕੇ ਦੇ ਅੰਦਰ ਜੋ ਲਾਲ ਹੈ ਸੋ ਆਪੇ ਹੈ। ਮਣਕੇ ਦੇ ਅੰਦਰ ਰੱਸੀ ਹੁੰਦੀ ਹੈ, ਸੋ ਲਾਲ ਭਾਵ ਲਾਰ, ਰੱਸੀ। ਪਰੰਪਰਾ ਦੀਆਂ ਕਹਾਣੀਆਂ ਫੋਕ ਲੋਰ ਵਿੱਚ ਮੱਛੀ ਦੇ ਪੇਟ ਵਿੱਚੋਂ ਲਾਲ ਨਿਕਲ ਪੈਣ ਦੇ ਜ਼ਿਕਰ ਵੀ ਆਉਂਦੇ ਹਨ। ਸੂਚਨਾ ਨੰਬਰ 1। ਅਰਥ ਤੇ ਵਿਆਖਿਆ ਤੇ ਨਿਰੁਕਤ ਉੱਪਰ ਆ ਚੁੱਕੇ ਹਨ, ਪਰ ਸੰਪਰਦਾ ਦੇ ਦਾਨੇ ਇਸ ਸ਼ਬਦ ਵਿੱਚ ਦੋ ਏਕਾਂਤਰੀ ਅਰਥ ਵੀ ਕਰਦੇ ਹਨ, ਜੋ ਲੱਛਣਾ ਬ੍ਰਿਤੀ ਕਰਕੇ ਲਾਉਂਦੇ ਹਨ। ਲੱਛਣਾ ਬ੍ਰਿਤੀ ਕਰਕੇ ਵਰਤਨ ਕਰਕੇ ਕਿਸੇ ਕਿਸੇ ਪਦ ਪਰ ਮਤਭੇਦ ਵੀ ਹੈ, ਸੋ ਸਾਰਾ ਪ੍ਰਕਾਰ ਹੇਠ ਲਿਖੇ ਨਕਸ਼ੇ ਤੋਂ ਸਮਝ ਪੈ ਜਾਏਗਾ। ਮੂਲ ਦੇ ਪਦ ਅਤੇ ਨਾਲ ਅੰਤਰੀ ਅਰਥ। ਰਸੀਆ ਭਾਵ ਪ੍ਰੀਤਮ ਅਥਵਾ ਪ੍ਰੇਮੀ ਅਥਵਾ ਗੁਰੂ। ਰਸ ਭਾਵ ਪ੍ਰੇਮ ਅਥਵਾ ਉਪਦੇਸ਼। ਰਾਵਣਹਾਰ ਵਾਹਿਗੁਰੂ ਅਥਵਾ ਜਗਿਆਸੂ। ਚੋਲੜਾ ਭਾਵ ਜਗਿਆਸੂ ਅਥਵਾ ਜਗਿਆਸੂ ਦੀ ਬੁੱਧੀ ਅਥਵਾ ਬੁੱਧੀ। ਸੇਜ ਭਾਵ ਅੰਤःਕਰਨ ਅਥਵਾ ਚਤੁਸ਼ਟੇ ਸਾਧਨ ਅਥਵਾ ਸ਼ਰਧਾ। ਪਤਾਰ ਵਾਹਿਗੁਰੂ ਅਥਵਾ ਪਤੀ। ਮਾਛੀ ਭਾਵ ਜਮ। ਮਛਲੀ ਭਾਵ ਜੀਵ। ਪਾਣੀ ਭਾਵ ਸ਼ਬਦ ਆਦਿ ਵਿਸ਼ੇ ਅਥਵਾ ਪਦਾਰਥ। ਜਾਲ ਭਾਵ ਮੋਹ। ਮਣਕੜਾ ਭਾਵ ਵਰਨ ਆਸ਼ਰਮੀ ਪਕੜ ਅਥਵਾ ਵਰਨ ਆਸ਼ਰਮੀ ਗੰਢ। ਲਾਲ ਭਾਵ ਵਿਸ਼ਿਆਂ ਦੀ ਇੱਛਾ। ਲਾਲ ਮੇਰਾ ਲਾਲ ਭਾਵ ਪਿਆਰਾ ਵਾਹਿਗੁਰੂ। ਸਰਵਰ ਭਾਵ ਸਤਸੰਗ ਅਥਵਾ ਸੰਸਾਰ। ਸੁਹਾਗਣੀ ਭਾਵ ਭਗਤ ਤੇ ਪ੍ਰੇਮੀ ਅਥਵਾ ਜੀਵਨ ਮੁਕਤ। ਹੰਸ ਭਾਵ ਗਿਆਨੀ ਅਥਵਾ ਸੰਤ। ਕੌਲ ਭਾਵ ਗੁਰਮੁਖ ਅਥਵਾ ਜਗਿਆਸੂ ਉੱਤਮ। ਕਵੀਆ ਭਾਵ ਮਨਮੁਖ ਅਥਵਾ ਜਗਿਆਸੂ ਮੱਧਮ। ਸੂਚਨਾ ਨੰਬਰ 2। ਕਵਲ ਤੇ ਕਵੀਆ ਕਰਕੇ ਦੋ ਹੋਰ ਲੈਂਦੇ ਹਨ, ਸੂਰਜ ਤੇ ਚੰਦ।
ਸੂਰਜ ਦਾ ਭਾਵ ਗੁਰੂ ਲੈਂਦੇ ਤੇ ਕਵੀਆਂ ਨੂੰ ਮਨਮੁਖ ਅਰਥਾਂ ਵਿੱਚ ਲੈਣ ਵਾਲੇ ਚੰਦ ਦਾ ਭਾਵ ਪਦਾਰਥ ਲੈਂਦੇ ਹਨ। ਪਰ ਚੰਦ ਨੂੰ ਵੀ ਸੂਰਜ ਦੇ ਚਾਨਣੇ ਵਾਲਾ ਹੋਣ ਕਰਕੇ ਕਵੀਆਂ ਨੂੰ ਮੱਧਮ ਜਗਿਆਸੂ ਅਰਥ ਲੈਣ ਵਾਲੇ ਚੰਦ ਦਾ ਅਰਥ ਗੁਰੂ ਤੋਂ ਵਰੋਸਾਏ ਹੋਏ ਗੁਰਮੁਖ ਦਾ ਲੈਂਦੇ ਹਨ, ਜੋ ਨਾਮ ਬਾਣੀ ਦਾ ਪ੍ਰਚਾਰ ਕਰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਏਕ ਕਣੀ। ਸੋਰਠ ਮਹੱਲਾ ਪੰਜਵਾ। ਪ੍ਰਾਕਥਨ। ਇਸ ਸ਼ਬਦ ਵਿੱਚ ਇੱਕ ਪੰਡਿਤ ਨੂੰ ਉਪਦੇਸ਼ ਹੈ। ਜਾਪਦਾ ਹੈ ਕਿ ਪੰਡਿਤ ਕਰਮ ਕਾਂਡੀ ਹੈ, ਭੋਆਂ ਦਾ ਮਾਲਕ ਹੈ, ਖੇਤੀ ਕਰਵਾਉਂਦਾ ਹੈ, ਧਨੀ ਹੈ, ਵੱਡ ਪਰਿਵਾਰੀ ਹੈ, ਪੜ੍ਹਿਆ ਵੀ ਹੈ, ਪਰ ਮੋਹ ਮਾਇਆ ਆਦਿ ਤੇ ਵਿਜਈ ਨਹੀਂ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆ ਪਾਓ ਸਾਰੰਗ ਪਾਣੀ। ਇਸ ਸਰੀਰ ਨੂੰ ਧਰਤੀ ਬਣਾ ਲੈ, ਬੀਜ ਬਣਾ ਲੈ ਸਾਰੰਗ ਪਾਣੀ ਦੇ ਨਾਮ ਨੂੰ, ਤੇ ਸ਼ੁਭ ਕਰਮਾਂ ਦਾ ਕਰਨਾ ਬਣਾ ਲੈ ਇਸ ਖੇਤੀ ਨੂੰ ਪਾਣੀ ਸਿੰਜਣਾ। ਮਨ ਕਿਰਸਾਨ ਹਰ ਹਿਰਦੈ ਜਮਾਏ ਲੈ, ਇਉ ਪਾਵਸ ਪਦ ਨਿਰਬਾਣੀ। ਮਨ ਨੂੰ ਬਣਾ ਲੈ ਕਿਰਸਾਨ, ਭਾਵ ਖੇਤੀ ਕਰਨ ਵਾਲਾ, ਇਉਂ ਹਿਰਦੇ ਵਿੱਚ ਹਰੀ ਰੂਪ ਖੇਤੀ ਉਗਾ ਲੈ। ਇਸ ਤਰ੍ਹਾਂ ਤੂੰ ਪਾ ਲਏਗਾ ਨਿਰਬਾਣਤਾ ਵਾਲੀ ਪਦਵੀ ਨੂੰ। ਕਾਹੇ ਗਰਭ ਸਮੂੜੇ ਮਾਇਆ, ਇਸ ਆਤਮ ਸਾਧਨ ਤੋਂ ਮੂੰਹ ਮੋੜੀ ਰੱਖ ਕੇ ਹੇ ਮੂੜ, ਤੂੰ ਮਾਇਆ ਦਾ ਹੰਕਾਰ ਕਿਉਂ ਕਰਦਾ ਹੈ ਅਤੇ ਸਾਖ ਸੰਬੰਧੀਆਂ ਦਾ ਮਾਣ ਕਿਉਂ ਕਰਦਾ ਹੈ? ਕਿਉਂਕਿ ਪਿਤ ਸੁਤੋ ਸਗਲ ਕਾਲਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ ਰਹਾਉ। ਤੇਰੇ ਪਿਤਾ, ਪੁੱਤਰ, ਇਸਤਰੀ, ਮਾਤਾ, ਇਹਨਾਂ ਸਾਰਿਆਂ ਵਿੱਚੋਂ ਅੰਤ ਨੂੰ ਕੋਈ ਵੀ ਸਹਾਈ ਨਹੀਂ ਹੋਣਗੇ। ਰਹਾਉ। ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਫਿਰ ਤੂੰ ਵਿਸ਼ਿਆਂ ਵਿੱਚ ਲੱਗ ਰਿਹਾ ਹੈ। ਭਾਈ, ਵਿਸ਼ੇ ਦੁਸ਼ਟ ਹਨ, ਇਸ ਆਤਮ ਖੇਤੀ ਨੂੰ ਨੁਕਸਾਨ ਕਰਦੇ ਹਨ। ਇਹਨਾਂ ਨੂੰ ਤਿਆਗ ਕੇ ਨਿਜ ਆਤਮਾ ਦਾ ਧਿਆਨੀ ਹੋ ਜਾ। ਜਾਪ ਤਬ ਸੰਜਮ ਹੋਏ ਜਬ ਰਾਖੇ, ਕਮਲ ਬਿਗਸੈ ਮਦ ਆਸਰ ਮਾਈ। ਫਿਰ ਇਸ ਤੇਰੀ ਖੇਤੀ ਦੇ ਰਾਖੇ ਜਦ ਜਪ ਤਪ ਤੇ ਸੰਜਮ ਹੋ ਜਾਣਗੇ, ਤਦ ਤੇਰਾ ਹਿਰਦਾ ਕਮਲ ਖਿੜ ਪਏਗਾ ਤੇ ਉਸ ਵਿੱਚ ਸ਼ਹਿਦ ਭਾਵ ਅੰਮ੍ਰਿਤ ਆ ਚੋਏਗਾ। ਪ੍ਰਸ਼ਨ। ਜੇ ਕੋਈ 27 ਨਛੱਤਰਾਂ ਦੇ ਦਾਨ ਦੇਂਦਾ ਰਹੇ, ਤ੍ਰੈ ਕਾਲ ਸੰਧਿਆ ਕਰੇ, ਵੇਦ ਸ਼ਾਸਤਰ ਪੁਰਾਣ ਘੋਖੇ, ਕੀ ਉਹ ਸਵਰਗ ਨੂੰ ਨਹੀਂ ਜਾਏਗਾ? ਉੱਤਰ। 20 ਸਪਤਾ ਹਰੋ ਬਾਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ। ਜੇ ਕੋਈ 27 ਦਿਨਾਂ ਅਰਥਾਤ ਮਹੀਨੇ ਦੇ ਹਰ ਦਿਨ ਵਿੱਚ ਹੀ ਨਾਮ ਦਾ ਸੰਗ੍ਰਹਿ ਕਰੇ ਅਤੇ ਕਾਲ ਦੀਆਂ 3 ਸੰਧਾਂ ਵਿੱਚ ਖਾਸ ਕਰ ਤੇ ਆਮ ਕਰਕੇ ਸਦਾ ਹੀ ਕਾਲ ਨੂੰ ਸੰਭਾਲਦਾ ਰਹੇ, ਭਾਵ ਯਾਦ ਰੱਖੇ। 10 18 ਮੈਂ ਅਪਰੰਪਰੋ ਚੀਨੈ, ਕਹੈ ਨਾਨਕ ਇਵ ਏਕ ਤਾਰੈ। ਅਤੇ 4 ਵੇਦ 6 ਸ਼ਾਸਤਰ 18 ਪੁਰਾਣਾਂ ਵਿੱਚੋਂ ਨਿਰੋਲ ਬ੍ਰਹਮ ਦੀ ਹੀ ਪਛਾਣ ਪ੍ਰਾਪਤ ਕਰਦਾ ਰਹੇ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਇਉਂ ਕਰਨੇ ਨਾਲ ਇੱਕ ਪ੍ਰਭੂ ਉਸ ਨੂੰ ਤਾਰ ਲਵੇਗਾ। ਵਿਆਖਿਆ। ਕਿਸੇ ਪੰਡਿਤ ਪ੍ਰਤੀ ਉਪਦੇਸ਼ ਹੋਇਆ ਹੈ, ਜੋ 3 ਸਮੇਂ ਗਾਇਤਰੀ ਪੜ੍ਹਦਾ ਹੈ, ਹਰ ਨਛੱਤਰ ਵਿੱਚ ਲਿਖੇ ਅਨੁਸਾਰ ਦਾਨ ਕਰਦਾ ਹੈ, ਵੇਦ ਪੁਰਾਣ ਸ਼ਾਸਤਰ ਦਾ ਗਿਆਤਾ ਹੈ, ਪਰ ਸदैਵੀ ਨਾਮ ਸਿਮਰਨ ਵਿੱਚ ਨਹੀਂ ਆਇਆ, ਮੋਹ ਮਾਇਆ ਵਿੱਚ ਵੀ ਹੈ ਤੇ ਵਿਕਾਰਾਂ ਤੋਂ ਵੀ ਛੁਟਕਾਰੇ ਵਿੱਚ ਨਹੀਂ ਆਇਆ। ਇਸ ਕਰਕੇ ਉਸ ਨੂੰ ਤੁਕ 7 ਤੇ 8 ਵਿੱਚ ਦੱਸਦੇ ਹਨ ਕਿ ਜੋ ਕੁਛ ਤੂੰ ਕਰਦਾ ਹੈ, ਦਾਨ ਸੰਧਿਆ ਆਦਿ ਕਰਦਾ, ਤੂੰ ਵੈਰਾਗ ਵਿੱਚ ਆ ਤੇ ਜੋ ਵੇਦ ਸ਼ਾਸਤਰ ਪੜ੍ਹੇ ਨੇ ਉਹਨਾਂ ਦੀ ਪੜ੍ਹਾਈ ਦੇ ਮਾਣ ਵਿੱਚ ਨਾ ਰਹੋ। ਉਹਨਾਂ ਵਿੱਚੋਂ ਵਾਹਿਗੁਰੂ ਦੀ ਪਛਾਣ ਸਿੱਖ। ਇਹ ਵੈਰਾਗ ਤੇ ਵਿਤਰੇਕ ਦਾ ਉਪਦੇਸ਼ ਦੇ ਕੇ
ਤੁਕ 1 2 3 4 5 ਤੇ 6 ਵਿੱਚ ਉਹ ਸਿੱਧਾ ਤੇ ਸੌਖਾ ਮਾਰਗ ਦੱਸਿਆ ਕਿ ਜਿਸ ਤੇ ਤੁਰਨੇ ਨਾਲ ਵੈਰਾਗ ਹੋਵੇ ਤੇ ਅਪਰੰਪਰ ਦਾ ਗਿਆਨ ਹੋਵੇ। ਤੁਕ ਤੀਜੀ ਤੇ ਚੌਥੀ ਵਿੱਚ ਮਾਇਆ ਤੇ ਮੋਹ ਦਾ ਤਿਆਗ ਸਿਖਾਇਆ, ਉਹਨਾਂ ਦੀ ਨਾਸ਼ ਮਾਨਤਾ ਦਿਖਾ ਕੇ। ਤੁਕ 5 ਤੇ 6 ਵਿੱਚ ਵਿਕਾਰਾਂ ਤੋਂ ਹੋੜਿਆ। 1 ਤੇ 2 ਵਿੱਚ ਨਾਮ ਜਪ ਉਪਦੇਸ਼ ਤੇ ਤਰੀਕਾ ਦੱਸਿਆ। ਤੁਕ 2 ਦੇ ਅੰਤਲੇ ਅੱਧ ਵਿੱਚ ਦੱਸਿਆ ਕਿ ਇਹ ਪ੍ਰਯਤਨ ਨਿਰਵਾਣ ਪਦ ਨੂੰ ਪਹੁੰਚਾਏਗਾ। ਤੁਕ 6 ਦੇ ਅੰਤਲੇ ਅੱਧ ਵਿੱਚ ਦੱਸਿਆ ਕਿ ਨਿਰਵਾਣ ਪਦ ਦਾ ਰੂਪ ਕੀ ਹੈ। ਉਹ ਹੈ ਹਿਰਦੇ ਕਮਲ ਦਾ ਖਿੜ ਜਾਣਾ, ਭਾਵ ਦ੍ਰਿਸ਼ਟ ਮਾਨਤਾ ਤੋਂ ਦ੍ਰਿਸ਼ਟਾ ਪਦ ਵਿੱਚ ਅਰੂੜ ਹੋ ਜਾਣਾ ਤੇ ਉਸ ਵਿੱਚ ਆਤਮ ਆਨੰਦ ਦਾ ਪ੍ਰਾਪਤ ਹੋ ਜਾਣਾ। ਨਿਰਵਾਣ ਦੇ ਆਮ ਅਰਥ ਹਨ ਬੁਝਿਆ ਹੋਇਆ, ਸਮਾਪਤ ਹੋਇਆ ਹੋਇਆ। ਬੋਧੀਆਂ ਦੀ ਮੁਕਤੀ ਦਾ ਨਾਮ ਨਿਰਵਾਣ ਹੈ, ਜਿੱਥੇ ਜਨਮ ਮਰਨ ਜੀਵਨ ਸਮਾਪਤ ਹੋ ਗਿਆ ਮੰਨਦੇ ਹਨ। ਗੁਰੂ ਜੀ ਦੱਸਦੇ ਹਨ ਕਿ ਉਹ ਕੇਵਲ ਦੁੱਖ ਕਲੇਸ਼ ਨਿਵਰਤੀ ਦੀ ਅਵਸਥਾ ਮਾਤਰ ਨਹੀਂ, ਉਹ ਖੇੜੇ ਭਰੀ ਆਨੰਦ ਅਵਸਥਾ ਹੈ। ਹੋਰ ਥੇ ਬਾਣੀ ਤੋਂ ਪਤਾ ਚੱਲਦਾ ਹੈ ਕਿ ਪਰਮਾਤਮ ਦੇਵ ਨਾਲ ਮਿਲਾਪ ਹੋ ਕੇ ਆਨੰਦ ਸਰੂਪ ਹੋ ਜਾਣਾ ਇਹ ਨਿਰਵਾਣ ਪਦ ਹੈ। ਪੰਡਤ ਨੂੰ ਖੰਡਨ ਮੰਡਨ ਵਾਂਗੂ ਨਹੀਂ ਸਮਝਾਉਂਦੇ, ਉਸ ਨੂੰ ਉਸ ਦੀ ਭੁੱਲ ਵਿੱਚੋਂ ਕੱਢਦੇ ਹਨ ਤੇ ਉਸ ਨੂੰ ਪ੍ਰੇਮ ਤੇ ਗਿਆਨ ਨੂੰ ਚੁਣ ਤੇ ਗ੍ਰਹਿਣ ਕਰਨ ਵਾਲਾ ਹੰਸ ਮਾਰਗ ਸਿਖਾਲਦੇ ਹਨ ਤੇ ਪਹਿਲੀਆਂ 3 ਤੁਕਾਂ ਵਿੱਚ ਸਪਸ਼ਟ ਭਗਤੀ ਗਿਆਨ ਮਾਰਗ ਦਾ ਯਥਾਰਥ ਰਸਤਾ ਦੱਸਦੇ ਹਨ। ਨਿਰੋਕਤ ਸਲਲ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਲਲੰ ਭਾਵ ਪਾਣੀ। ਆ ਪਾਓ ਦਾ ਭਾਵ ਹੈ ਪੰਜਾਬੀ ਵਿੱਚ ਪਾਉਣਾ, ਪਾਵੋ ਚੰਗੀ ਤਰ੍ਹਾਂ ਪਾਓ। ਸਾਰੰਗ ਪਾਣੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਾਰੰਗ ਪਾਣ। ਧਨੁਖ ਜਿਸ ਦੇ ਹੱਥ ਵਿੱਚ ਹੈ ਭਾਵ ਵਿਸ਼ਨੂੰ, ਅਥਵਾ ਪ੍ਰਿਥਵੀ ਜਿਸ ਦੇ ਹੱਥ ਵਿੱਚ ਹੈ ਪ੍ਰਿਥਵੀ ਦਾ ਮਾਲਕ ਵਾਹਿਗੁਰੂ। ਪਰ ਇੱਥੇ ਮੁਰਾਦ ਵਾਹਿਗੁਰੂ ਦੇ ਨਾਮ ਦੀ ਹੈ, ਕਿਉਂਕਿ ਅਗਲੀ ਤੁਕ ਵਿੱਚ ਹਰ ਪਦ ਆਇਆ ਹੈ। ਹਰੀ ਨੇ ਖੇਤੀ ਹੋ ਕੇ ਪੁੰਗਰਨਾ ਹੈ, ਤਾਂ ਤੇ ਬੀਜ ਨਾਮ ਹੋਇਆ। ਇਸ ਲਈ ਸਾਰੰਗ ਪਾਣੀ ਤੋਂ ਭਾਵ ਵਾਹਿਗੁਰੂ ਨਾਮ ਹੈ। ਅਗਲੇ ਸ਼ਬਦ ਵਿੱਚ ਹੀ ਦੱਸਿਆ ਹੈ ਬੀਜ ਸ਼ਬਦੋ ਕਰ। ਹੋਰ ਥੇ ਵੀ ਫਰਮਾਇਆ ਹੈ ਇੱਕ ਨਾਮ ਬੋਵਹੁ ਬੋਵਹੁ। ਬਸੰਤ ਮਹੱਲਾ ਪੰਜਵਾ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਸੋਰਠ ਮਹੱਲਾ ਪਹਿਲਾ। ਹੁਣ ਵੱਤੈ ਹਰ ਨਾਮ ਨ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਆਸਾ ਮਹੱਲਾ ਚੌਥਾ। ਗੁਰੂ ਘਰ ਵਿੱਚ ਮੁਖਤਾ ਨਾਮ ਦੀ ਹੈ। ਕਰਮ ਤਾਂ ਅੰਤఃਕਰਨ ਸ਼ੁੱਧ ਕਰਦੇ ਹਨ, ਇਸ ਲਈ ਇੱਥੇ ਵੀ ਕਰਮ ਨੂੰ ਪਾਣੀ ਹੀ ਕਿਹਾ ਹੈ। ਅਨਵੈ ਇਉਂ ਕਰੀਦਾ ਹੈ। ਇਹੋ ਤਨ ਧਰਤੀ, ਬੀਜ ਸਾਰੰਗ ਪਾਣੀ, ਕਰਮਾ ਕਰੋ ਸਲਲ ਆ ਪਾਓ। ਕਿਰਸਾਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕ੍ਰਿਖਕ, ਹਿੰਦੀ ਵਿੱਚ ਕਿਸਾਨ, ਪੁਰਾਤਨ ਪੰਜਾਬੀ ਵਿੱਚ ਕਿਰਸਾਨ, ਕ੍ਰਿਖੀ ਕਰਨੇ ਵਾਲਾ ਰਾਹਕ ਜ਼ਿਮੀਂਦਾਰ। ਜਮਾਈ ਲੈ ਦਾ ਭਾਵ ਹੈ ਪੰਜਾਬੀ ਵਿੱਚ ਪੈਦਾ ਕਰ ਲੈ, ਉਗਾਏ ਲੈ। ਪਦ ਨਿਰਬਾਣੀ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਪਦ ਨਿਰਵਾਣ, ਨਿਰਬਾਣਤਾ ਵਾਲੀ ਪਦਵੀ, ਨਿਰਬਾਣਤਾ ਦੀ ਪਦਵੀ। ਗੁਰਮਤਿ ਵਿੱਚ ਉਹ ਅਵਸਥਾ ਜੋ ਅੰਸ਼ ਅੰਸ਼ੀ ਨੂੰ ਪ੍ਰਾਪਤ ਹੋ ਜਾਂਦੀ ਹੈ, ਜਾਂ ਸ਼ੁੱਧ ਹੋ ਕੇ ਜੀਵਾਤਮਾ ਪਰਮਾਤਮਾ ਨੂੰ ਪ੍ਰਾਪਤ ਹੋ ਕੇ ਆਨੰਦ ਸਰੂਪ ਹੋ ਜਾਂਦਾ ਹੈ। ਗਰਭਸ ਦਾ ਭਾਵ ਹੈ ਗਰਭ ਕਰਦਾ ਹੈ। ਮੂੜੇ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਮੂੜ, ਅਜਾਣ, ਘਬਰਾਇਆ ਹੋਇਆ। ਮੂਲੋਂ ਹੀ ਸਾਦਾ ਮੂਰਖ ਹੈ ਮੂੜ। ਕਾਲੱਤਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕਲੱਤਰੰ, ਇਸਤਰੀ। ਅਨਵੈ ਇਉਂ ਹੁੰਦਾ ਹੈ ਪਿਤ ਸੁਤੋ ਕਾਲੱਤਰ ਮਾਤਾ ਸਗਲ। ਸਖਾਇਆ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਖਾ, ਸਹਾਈ, ਮਿੱਤਰਤਾ ਕਰਨ ਸਕਣ ਵਾਲੇ। ਸਖਾਇਆ ਪਦ ਇੱਥੇ ਬਹੁਵਚਨ ਹੈ। ਵਿਖੈ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਿਖੈ, 5 ਗਿਆਨ ਇੰਦਰੈ। 5 ਗਿਆਨ ਇੰਦਰੀਆਂ ਦੇ ਭੋਗ, ਸਰੀਰਕ ਭੋਗ। ਵਿਕਾਰ ਕਰੇ ਦਾ ਭਾਵ ਹੈ ਵਿਕਾਰ ਕਰੇ, ਰੋਗ ਲਾਵੇ, ਨੁਕਸਾਨ ਕਰੇ। ਕਿਰਖਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕ੍ਰਿਖ, ਭਾਵ ਖੇਤੀ। ਇਸ ਤੁਕ ਦਾ ਅਨਵੈ ਇਸ ਪ੍ਰਕਾਰ ਹੈ ਵਿਖੈ ਦੁਸ਼ਟ ਕਿਰਖਾ ਵਿਕਾਰ ਕਰੇ। ਵਿਸ਼ੇ ਦੁਸ਼ਟ ਹਨ, ਖੇਤੀ ਨੂੰ ਨੁਕਸਾਨ ਕਰਦੇ ਹਨ। ਆਤਮਾ ਦਾ ਭਾਵ ਹੈ ਆਤਮਾ ਦਾ।
ਹੋਏ ਧਿਆਈ ਦਾ ਭਾਵ ਹੈ ਧਿਆਨ ਕਰਨੇ ਵਾਲਾ ਹੋ। ਸੰਜਮ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੰਯਮ, ਭਾਵ ਰੋਕ, ਵਿਸ਼ੇ ਵਿਕਾਰਾਂ ਵੱਲੋਂ ਰੋਕ, ਮਾੜੇ ਕਰਮਾਂ ਤੋਂ ਬ੍ਰਤ ਧਾਰਨ ਕਰਨਾ। ਬਿਗਸੈ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਿਕਾਸ ਖਿੜਦਾ ਹੈ। ਮਦ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਮਦ ਭਾਵ ਸ਼ਹਿਦ, ਸ਼ਹਿਦ ਰਸ ਭਾਵ ਹੈ ਅੰਮ੍ਰਿਤ। ਆਸਰਮਾਈ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸ਼ਰਾਬ। ਹਿੰਦੀ ਸ਼ਰਵਣਾ ਭਾਵ ਚੋਣਾ, ਆ ਚੋਂਦਾ ਹੈ, ਟਪਕਦਾ ਹੈ, ਰਿਸਦਾ ਹੈ। 20 ਸਪਤਾ ਹਰੋ ਦਾ ਭਾਵ ਹੈ 20 ਤੇ 7 ਵਿੱਚ ਅਰਥਾਤ 27 ਵਿੱਚ ਹੀ। 27 ਦਿਨਾਂ ਤੋਂ ਮੁਰਾਦ ਸਹੀ ਹੁੰਦੀ ਹੈ। ਚੰਦਰਮਾ 27-28 ਦਿਨਾਂ ਵਿੱਚ 27 ਨਛੱਤਰਾਂ ਵਿੱਚ ਦੀ ਹੁੰਦਾ ਹੋਇਆ ਆਪਣਾ ਮਹੀਨਾ ਮੁਕਾਉਂਦਾ ਹੈ। ਇਹ ਚੰਦਰਾਇਣ ਮਹੀਨਾ ਹੁੰਦਾ ਹੈ। ਥਿੱਤਾਂ ਦੇ ਹਿਸਾਬ ਤੁਰਦਾ ਹੈ। 27 ਦਿਨ ਕਿਉਂ ਕਿਹਾ? ਇਸ ਲਈ ਕਿ ਹਿੰਦੂ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਹਰ ਨਛੱਤਰ ਵਿੱਚ ਜਿਸ ਵਿੱਚ ਚੰਦਰਮਾ ਹੋਵੇ ਉਸ ਦਿਨ ਲਈ ਮੁਕਰਰ ਕੀਤੀ ਸ਼ੈ ਦਾ ਦਾਨ ਜੋ ਪੁਰਖ ਕਰਦਾ ਰਹੇ ਉਸ ਨੂੰ ਸਵਰਗ ਪ੍ਰਾਪਤ ਹੋਵੇਗਾ। ਗੁਰੂ ਸਾਹਿਬ ਉਹ ਨਿਸ਼ਚਾ ਪੰਡਤ ਦਾ ਜਿਸ ਨੂੰ ਉਪਦੇਸ਼ ਕਰ ਰਹੇ ਹਨ ਬਦਲਦੇ ਹਨ ਤੇ ਕਹਿੰਦੇ ਹਨ ਕਿ 27 ਹੀ ਦਿਨਾਂ ਵਿੱਚ ਨਾਮ ਨੂੰ ਸੰਗ੍ਰਹਿ ਕਰੇ। ਹੋਰ ਨਿਰਵਾਣ ਪਦ ਲਈ ਕਿਸੇ ਦਾਨ ਮਾਤਰ ਤੇ ਭਰੋਸਾ ਰੱਖਣ ਦੀ ਲੋੜ ਨਹੀਂ। ਕੇਵਲ ਨਾਮ ਸੰਗ੍ਰਹਿ ਕਰੇ ਤੇ ਨਾਲ ਇਹ ਗੱਲ ਕਰੇ ਕਿ ਵੈਰਾਗ ਧਾਰਨ ਕਰੀ ਰੱਖੇ। ਦਿਨ ਦੀਆਂ ਜੋ 3 ਖੋੜਾਂ ਭਾਵ ਸੰਧਾਂ ਹਨ, ਸਵੇਰਾ, ਦੁਪਹਿਰਾ ਤੇ ਸੰਝਾ, ਤ੍ਰੈਹਾਂ ਵਿੱਚ ਕਾਲ ਭਾਵ ਮੌਤ ਨੂੰ ਸੰਭਾਲਦਾ ਰਹੇ। ਬ੍ਰਾਹਮਣ ਨੇ ਜੋ ਵੈਰੀ 3 ਵੇਰ ਇਹਨਾਂ ਵਕਤਾਂ ਤੇ ਸੰਧਿਆ ਕਰਨੀ ਹੈ, ਉਹਨਾਂ ਵਕਤਾਂ ਤੇ ਕਾਲ ਨੂੰ ਯਾਦ ਰੱਖੇ। ਕਾਲ ਪਦ ਦੇ 2 ਅਰਥ ਹਨ, ਸਮਾਂ ਅਤੇ ਮੌਤ। ਇੱਥੇ ਇੱਕੋ ਵੇਰੀ ਪਦ ਕਾਲ ਕਹਿ ਕੇ ਸੈਣਤ ਦੂਹਰੀ ਸੱਟੀ ਹੈ ਕਿ ਕਾਲ ਭਾਵ ਸਮੇਂ ਦੀਆਂ 3 ਸੰਧਾਂ ਵਿੱਚ ਸੰਧਿਆਂ ਦੀ ਥਾਵੇਂ ਕਾਲ ਭਾਵ ਮੌਤ ਨੂੰ ਯਾਦ ਕਰੇ। ਪਰ ਨਾਲ ਪਦ ਨਿਤ ਵੀ ਪਾਇਆ ਹੈ, ਭਾਵ ਇਹ ਸਹੀ ਹੁੰਦਾ ਹੈ ਕਿ 3 ਵੇਲੇ ਤਾਂ ਖਾਸ ਕਰ ਜੋ ਸੰਧਿਆ ਦੇ ਵੇਲੇ ਹਨ ਤੇ ਉਂਝ ਨਿਤ ਸਦਾ ਹੀ ਕਾਲ ਨੂੰ ਸਾਰੇ ਭਾਵ ਯਾਦ ਰੱਖੇ। ਭਾਵ ਹੈ ਕਿ ਸਦਾ ਹੀ ਵੈਰਾਗ ਬ੍ਰਿਤੀ ਵਾਲਾ ਰਹੇ। ਸੋਤੇ ਤੇ ਸਹਿਜ ਵੈਰਾਗ ਤੋਂ ਭਾਵ ਹੈ ਕਿ ਇਸ ਵਿੱਚ ਰਹਿ ਕੇ ਨਾਮ ਨੂੰ ਸੰਗ੍ਰਹਿ ਕਰੇ। ਨਾਮ ਜੋ ਮਾਰਗ ਦੱਸਿਆ ਹੈ ਉਹ ਦਿਨ ਰਾਤ ਲਗਾਤਾਰੀ ਉਪਾਸ਼ਨਾ ਬਣ ਜਾਂਦੀ ਹੈ। ਇਸ ਲਈ 3 ਕਾਲਾਂ ਵਿੱਚ ਵੈਰਾਗ ਚਿੰਤਨ ਕਰਨ ਤੇ ਉਸ ਵਿੱਚ ਕਾਇਮ ਰਹਿਣ ਦੀ ਲੋੜ ਦੱਸੀ ਹੈ। ਦਮ ਦਮ ਦੀ ਵਾਹਿਗੁਰੂ ਅਰਾਧਨਾ ਤੁਰ ਰਹੀ ਹੈ, ਉਹ ਵੈਰਾਗ ਵਿੱਚ ਜਾਰੀ ਰਹੇ। ਬਿਨ ਬੈਰਾਗ ਨਾ ਛੂਟ ਸਮਾਇਆ, ਗੌੜੀ ਕਬੀਰ। ਇਸ ਤੁਕ ਦੇ ਅਰਥ ਜੋ ਪ੍ਰਸੰਗਕ ਹਨ ਉੱਪਰ ਕੀਤੇ ਹਨ ਤੇ ਜਿਨ੍ਹਾਂ ਦੀ ਪ੍ਰੌੜਤਾ ਅਗਲੇ ਸ਼ਬਦ ਤੋਂ ਹੁੰਦੀ ਹੈ, ਜਿਸ ਵਿੱਚ ਮੁਸਲਮਾਨੀ ਅਕੀਦੇ ਦੀਆਂ ਗਿਣਤੀਆਂ 30 ਤੇ 5 ਦਿੱਤੀਆਂ ਹਨ। ਇੱਥੇ ਬ੍ਰਾਹਮਣ ਦੇ ਅਕੀਦੇ ਦੀ ਗਿਣਤੀ ਦੀਆਂ 27 ਤੇ 3, 4, 6 ਤੇ 18 ਕਹੀਆਂ ਹਨ ਕਿ ਜਿਸ ਨੂੰ ਉਪਦੇਸ਼ ਹੋ ਰਿਹਾ ਹੈ। ਪਰੰਤੂ ਦਾਨਿਆਂ ਨੇ ਇਹਨਾਂ 2 ਤੁਕਾਂ ਦੇ ਇਸੇ ਲੱਛਣਾ ਬ੍ਰਿਤੀ ਦੁਆਰਾ ਹੋਰ ਭਾਵ ਵੀ ਖਿਆਲ ਕੀਤੇ ਹਨ। ਜਿਵੇਂ ਕਿ ਨੰਬਰ 1 5 ਸਥੂਲ, 5 ਸੂਖਮ ਤੱਤ, 10 ਗਿਆਨ ਤੇ ਕਰਮ ਇੰਦਰੇ, 5 ਪ੍ਰਾਣ, ਮਨ, ਬੁੱਧ ਤੇ ਇਹਨਾਂ ਦੀ ਗਿਣਤੀ ਹੋਈ 27। 27 ਦੇ ਬਾਸਰੋ ਭਾਵ ਵਸਣ ਦੇ ਥਾਂ ਭਾਵ ਸਰੀਰ ਨੂੰ ਸੰਗ੍ਰਹਿ। ਸੰਗ੍ਰਹਿ ਦਾ ਅਰਥ ਲਾਉਂਦੇ ਹਨ ਇਕੱਠਾ ਕਰੇ ਤੇ ਇਕੱਠਾ ਕਰੇ ਦਾ ਭਾਵ ਲੈਂਦੇ ਹਨ ਕਾਬੂ ਕਰੇ। 27 ਤੱਤਾਂ ਦੀ ਗਿਣਤੀ ਇਉਂ ਵੀ ਕਰਦੇ ਹਨ, 10 ਇੰਦਰੇ, 5 ਪ੍ਰਾਣ, 5 ਸੂਖਮ ਭੂਤ, 1 ਮਨ, 1 ਹੰਕਾਰ, 1 ਮਹੱਤਵ, 3 ਗੁਣ, 1 ਪ੍ਰਕਿਰਤੀ, ਕੁੱਲ ਗਿਣਤੀ ਹੋਈ 27। ਇਹਨਾਂ 27 ਦਾ ਅਭਿਮਾਨ ਹਰੋ ਭਾਵ ਦੂਰ ਕਰੋ। ਨੰਬਰ 2 ਜਿਹੜਾ 1 ਅੰਕ ਵਾਲਾ 27 ਤੱਤਾਂ ਦਾ ਅਰਥ ਲਾ ਕੇ ਅੰਤਲੇ ਪਦਾ ਹਰੋ ਬਾਸਰੋ ਸੰਗ੍ਰਹਿ ਦਾ ਅਰਥ ਇਉਂ ਕਰਦੇ ਹਨ, ਆਪਣੇ 27 ਤੱਤਾਂ ਦੇ ਸਰੀਰ ਨੂੰ ਆਪਣੇ ਸਰੂਪ ਤੋਂ ਹਰੋ ਭਾਵ ਦੂਰ ਸਮਝੋ ਤੇ ਬਾਸਰੋ ਸੰਗ੍ਰਹਿ ਹਰ ਦਿਨ ਆਤਮਾ ਦਾ ਸੰਗ੍ਰਹਿ ਕਰੋ। ਨੰਬਰ 3 27 ਸਿਮਰਤੀਆਂ ਵਿੱਚੋਂ ਹਰੀ ਨਾਮ ਨੂੰ ਸੰਗ੍ਰਹਿ ਕਰੋ। 3 ਖੋੜਾ ਦਾ ਭਾਵ ਹੈ 3 ਖੋੜਾਂ
ਤ੍ਰੈ ਖੁੱਡਾਂ, ਤ੍ਰੈ ਸੰਧੀ, ਮਿਲਣੇ ਦੀਆਂ ਥਾਵਾਂ, ਪਾੜ ਸਮਾਨ ਥਾਵਾਂ, ਤ੍ਰੈ ਸੰਧਾਂ, ਭਾਵ ਹੈ ਸਵੇਰ, ਦੁਪਹਿਰ, ਸੰਝਾਂ ਤੋਂ, ਜਿਨ੍ਹਾਂ ਸਮਿਆਂ ਤੇ ਸੰਧਿਆ ਕੀਤੀ ਜਾਂਦੀ ਹੈ। ਦਿਨ ਰਾਤ ਦੇ ਰੁਝੇਵੇਂ ਵਿੱਚੋਂ ਇਹ ਤ੍ਰੈ ਸਮੇਂ ਸੰਧਿਆ ਲਈ ਮਾਨੋ ਸੰਧਾਂ ਹਨ। ਜਦੋਂ ਸੰਸਾਰਾਕਾਰ ਪ੍ਰਵਾਹ ਰੋਕ ਕੇ ਸੰਧਿਆ ਦਾ ਪਾਠ ਆਦਿ ਕੀਤਾ ਜਾਂਦਾ ਹੈ। ਅਗਲੇ ਸ਼ਬਦ ਵਿੱਚ 5 ਪਦ ਕਹਿ ਕੇ ਮੁੱਲਾਂ ਦੇ ਮਤ ਦੀਆਂ 5 ਨਮਾਜ਼ਾਂ ਦਾ ਵਕਤ ਲਿਆ ਹੈ। ਇਸ ਸ਼ਬਦ ਵਿੱਚ ਪੰਡਤ ਨੂੰ ਉਪਦੇਸ਼ ਹੋਣ ਕਰਕੇ ਉਸ ਦੇ ਸੰਧਿਆ ਕਰਨੇ ਦੇ ਤ੍ਰੈ ਸਮੇਂ ਲੀਤੇ ਹਨ। ਪ੍ਰਸੰਗਕ ਅਰਥ ਦਾ ਠੀਕ ਪ੍ਰਵਾਹ ਤਾਂ ਇਉਂ ਚੱਲਦਾ ਸਹੀ ਹੁੰਦਾ ਹੈ, ਪਰ ਦਾਨਿਆਂ ਨੇ ਹੋਰ ਅਰਥ ਵੀ ਲਾਏ ਹਨ। ਨੰਬਰ 1, ਤੀਨ ਖੋੜਾ ਦਾ ਭਾਵ ਹੈ 3 ਅਵਸਥਾ। ਜਾਗਰਿਤ, ਸੁਪਨ, ਸੁਖੋਪਤ ਵਿੱਚ ਕਾਲ ਨੂੰ ਯਾਦ ਰੱਖੋ। ਨੰਬਰ 2, ਤੀਨ ਖੋੜਾ ਦਾ ਭਾਵ ਹੈ 3 ਉਮਰਾਂ, ਬਾਲ, ਜਵਾਨੀ, ਬਿਰਧਾਪਨ ਵਿੱਚ ਵੀ ਕਾਲ ਨੂੰ ਯਾਦ ਰੱਖੋ, ਅਥਵਾ ਇਹਨਾਂ ਤਿੰਨਾਂ ਦੇ ਅਭਿਮਾਨੀ ਹੋਵੋਗੇ ਤਾਂ ਕਾਲ ਸਾੜੇਗਾ। ਨੰਬਰ 3, ਤੀਨ ਖੋੜਾ ਦਾ ਭਾਵ 3 ਗੁਣ। ਫੇਰ ਅਰਥ ਇਉਂ ਭਵਾਇਆ ਜਾਂਦਾ ਹੈ, ਤਿੰਨਾਂ ਗੁਣਾਂ ਦੀ ਖੋੜ ਇਹ ਜੋ ਸੰਸਾਰ ਹੈ, ਇਸ ਨੂੰ ਕਾਲ ਸਾੜ ਰਿਹਾ ਹੈ। ਨੰਬਰ 4, ਤੀਨ ਖੋੜਾ ਦਾ ਭਾਵ ਰਾਜ, ਤਾਮ, ਸਤ ਦੀ ਖੋੜ ਵਿੱਚ ਰਹੋਗੇ ਤਾਂ ਕਾਲ ਸਾੜੇਗਾ। ਨੰਬਰ 5, ਤੀਨ ਖੋੜਾ ਦਾ ਭਾਵ 3 ਸਰੀਰ, ਕਾਰਨ, ਸੂਖਮ, ਸਥੂਲ। ਇਹ ਤ੍ਰੈ ਖੱਡਾਂ ਭਾਵ ਇਹ ਤ੍ਰੈ ਸਰੀਰ ਆਤਮਾ ਦੇ ਵਸਣੇ ਦੇ ਹਨ। ਇਹਨਾਂ ਵਿੱਚ ਰਹੋਗੇ ਤਾਂ ਕਾਲ ਸਦਾ ਸਾੜਦਾ ਰਹੇਗਾ। ਨੰਬਰ 6, ਤੀਨ ਖੋੜਾ ਦਾ ਭਾਵ ਜੋ ਹਰੋ ਭਾਵ ਹਰੀ ਨਾਮ ਨੂੰ ਸਬਤ ਬਾਸਰੋ ਭਾਵ ਸੱਤੇ ਦਿਨ, 20 ਭਾਵ 20 ਵਿਸਵੇ, ਸੰਗ ਭਾਵ ਭਲੀ ਪ੍ਰਕਾਰ, ਗ੍ਰਹਿ ਭਾਵ ਗ੍ਰਹਿਣ ਕਰਦਾ ਹੈ। ਉਹ ਜਾਣਦਾ ਹੈ ਕਿ ਤਿੰਨਾਂ ਗੁਣਾਂ ਦੀ ਖੋੜ ਸਰੀਰ ਨੂੰ ਸਦਾ ਕਾਲ ਸਾੜਦਾ ਹੈ। 10 ਦਾ ਭਾਵ ਹੈ 4 + 6 10, 4 ਵੇਦ, 6 ਸ਼ਾਸਤਰ, 10 ਦਿਸ਼ਾ ਵਿੱਚ। 18 ਦਾ ਭਾਵ ਹੈ 18, 18 ਹੈ 18 ਪ੍ਰਾਣ, 18 ਭਾਵ ਬਨਸਪਤੀ ਵਾਲੀ ਪ੍ਰਿਥਵੀ ਉੱਤੇ ਵਾਹਿਗੁਰੂ ਨੂੰ ਸਿਆਣੇ। ਅਪਰੰਪਰੋ ਦਾ ਭਾਵ ਹੈ ਪਰੇ ਤੋਂ ਪਰੇ ਪਰਮੇਸ਼ਰ, ਪਾਰ ਬ੍ਰਹਮ ਜੋ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਚੀਨੈ ਦਾ ਭਾਵ ਹੈ ਪਛਾਣੇ। ਏਵ ਦਾ ਭਾਵ ਹੈ ਇਉਂ, ਨਿਸ਼ਚੇ। ਏਕ ਦਾ ਭਾਵ ਹੈ ਇੱਕ, ਇੱਕ ਵਾਹਿਗੁਰੂ ਜਿਸ ਦਾ ਦੂਸਰਾ ਨਹੀਂ ਹੈ। ਇਸ ਸ਼ਬਦ ਵਿੱਚ ਆਈਆਂ ਗਿਣਤੀਆਂ ਦੇ ਹੋਰ ਵੇਰਵੇ। 10 18, 4 + 6 = 10 + 18। ਇਹ ਬਣੇ 4 ਵੇਦ, ਰਿਗ, ਸ਼ਾਮ, ਜੁਜਰ, ਅਥਰਵਣ, 6 ਸ਼ਾਸਤਰ, ਸਾਂਖ, ਜੋਗ, ਨਿਆਏ, ਵਿਸ਼ੇਸ਼ਿਕ, ਮੀਮਾਂਸਾ, ਵੇਦਾਂਤ। 18 ਪੁਰਾਣ, ਵਿਸ਼ਨ, ਸ਼ਿਵ, ਵਾਮਨ, ਮਤਸਯ, ਬੈਰਾਹ, ਕੂਰਮ, ਬ੍ਰਹਮ, ਭਾਗਵਤ, ਅਗਨੀ, ਗਰੁੜ, ਨਾਰਦ, ਲਿੰਗ, ਪਦਮ, ਬ੍ਰਹਮ ਵੈਵਰਤ, ਮਾਰਕੰਡੇ, ਬ੍ਰਹਮਾਂਡ, ਸਕੰਦ, ਭਵਿੱਖਿਅਤ। 20 ਸਪਤਾਹਰੋ, 20 + 7 = 27। 27 ਨਛੱਤਰ ਇਹ ਹਨ: ਅਸ਼ਵਨੀ, ਭਰਨੀ, ਕ੍ਰਿਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰਦਰਾ, ਪੁਨਰਵਸ, ਪੁੱਖ, ਅਸ਼ਲੇਖਾ, ਮਘਾ, ਪੂਰਵਾ ਫਾਲਗੁਨੀ, ਉੱਤਰਾ ਫਾਲਗੁਨੀ, ਹਸਤ, ਚਿਤਰਾ, ਸੁਵੰਤੀ, ਵਿਸ਼ਾਖਾ, ਅਨੁਰਾਧਾ, ਜੇਸ਼ਠਾ, ਮੂਲ, ਪੂਰਵਾ ਖਾੜਾ। ਪਹਿਲੇ ਸਮੇਂ ਇੱਕ ਹੋਰ ਨਛੱਤਰ ਮੰਨਿਆ ਜਾਂਦਾ ਸੀ, ਉਸ ਦਾ ਨਾਮ ਹੈ ਅਭਿਜਿਤ। ਇਹ ਪੂਰਵਾ ਖਾੜਾ ਦੇ ਅੰਤਰਗਤ ਹੈ, ਇਸ ਕਰਕੇ ਇਸ ਨੂੰ ਹੁਣ ਵੱਖਰਾ ਨਹੀਂ ਗਿਣਦੇ। ਨਛੱਤਰ ਗਿਣਤੀ 27 ਹੀ ਚੱਲਦੀ ਹੈ। ਪੂਰਵਾ ਖਾੜਾ ਤੋਂ ਬਾਅਦ ਉੱਤਰਾ ਖਾੜਾ, ਸ਼ਰਵਣ, ਧਨਿਸ਼ਠਾ, ਸ਼ਤਭਿਖਾ, ਪੂਰਵ, ਭਾਦਰਪਦਾ, ਉੱਤਰਾ ਭਾਦਰਪਦਾ ਅਤੇ ਰੇਵਤੀ। ਜਿਸ ਨਛੱਤਰ ਵਿੱਚ ਚੰਦਰਮਾ ਹੋਵੇ ਉਸ ਮੂਜਬ ਅੱਡ-ਅੱਡ ਤਰ੍ਹਾਂ ਦਾ ਦਾਨ ਕਰਨਾ ਲਿਖਿਆ ਹੈ, ਜਿਸ ਦਾ ਵੇਰਵਾ ਹਿਮਾਂਦਰੀ ਦਾਨ ਖੰਡ ਵਿੱਚ ਕੁਝ ਇਉਂ ਦਾ ਦਿੱਤਾ ਹੈ। ਨੰਬਰ 1 ਕ੍ਰਿਤਕਾ ਨਛੱਤਰ। ਇਸ ਵਿੱਚ ਪਾਇਸ ਭਾਵ ਖੀਰ,
ਨੰਬਰ 2 ਰੋਹਿਣੀ ਨਛੱਤਰ ਵਿੱਚ ਰਤਨ ਮਾਖੋਂ ਘਿਓ ਦੇ ਦੁੱਧ। ਨੰਬਰ 3 ਮ੍ਰਿਗ ਸ਼ਿਰਾ ਨਛੱਤਰ ਵਿੱਚ ਸਵਤਸ਼ ਧੇਨੂ ਅਰਥਾਤ ਵੱਛੇ ਸਮੇਤ ਗਾਂ। ਨੰਬਰ 4 ਆਰਦਰਾ ਨਛੱਤਰ ਵਿੱਚ ਖਿਚੜੀ। ਨੰਬਰ 5 ਪੁਨਰਵਾਸ ਨਛੱਤਰ ਵਿੱਚ ਅਪੂਦ ਭਾਵ ਆਟੇ ਦੀ ਲਿੱਟੀ। ਨੰਬਰ 6 ਪੋਖ ਨਛੱਤਰ ਵਿੱਚ ਸਵਰਨ ਭਾਵ ਸੋਨਾ। ਨੰਬਰ 7 ਅਸ਼ਲੇਖਾ ਨਛੱਤਰ ਵਿੱਚ ਰੋਪ। ਨੰਬਰ 8 ਅਸਤ ਨਛੱਤਰ ਵਿੱਚ ਹਸਤੀ ਔਰ ਰਥ। ਨੰਬਰ 9 ਚਿਤਰਾ ਨਛੱਤਰ ਵਿੱਚ ਉਤਮਾ ਧੇਨ। ਨੰਬਰ 11 ਅਨੁਰਾਧਾ ਨਛੱਤਰ ਵਿੱਚ ਉਤਰੀय ਸਹਿਤ ਵਸਤਰ। ਨੰਬਰ 12 ਮੂਲ ਨਛੱਤਰ ਵਿੱਚ ਮੂਲਕ। ਨੰਬਰ 13 ਪੂਰਵਾ ਖਾੜਾ ਨਛੱਤਰ ਵਿੱਚ ਬਰਤਨ ਸਮੇਤ ਦਹੀ ਤੇ ਸਾਨਾ ਹੋਇਆ ਸੱਤੂ। ਨੰਬਰ 14 ਅਭਿਜਤ ਨਛੱਤਰ ਵਿੱਚ ਘਿਓ ਤੇ ਮਧੂ। ਨੰਬਰ 15 ਧਨਿਸ਼ਠਾ ਨਛੱਤਰ ਵਿੱਚ ਵਸਤਰ ਤੇ ਧੇਨੂ। ਨੰਬਰ 16 ਸ਼ਰਵਣਾ ਨਛੱਤਰ ਵਿੱਚ ਕੰਬਲ। ਨੰਬਰ 17 ਸ਼ਤਭਿਖਾ ਨਛੱਤਰ ਵਿੱਚ ਗੰਧ ਦਰਵਗ। ਨੰਬਰ 18 ਪੂਰਵ ਭਾਦਰਪਦ ਨਛੱਤਰ ਵਿੱਚ ਰਾਜਮਾਹਾ। ਨੰਬਰ 19 ਉੱਤਰਾ ਭਾਦਰਪਦ ਨਛੱਤਰ ਵਿੱਚ ਮਾਸ। ਨੰਬਰ 20 ਰੇਵਤੀ ਨਛੱਤਰ ਵਿੱਚ ਕਾਸਾਂ ਤੇ ਬਛੜੇ ਸਮੇਤ ਗਊ ਆਦਿਕ।